मिलिया दुनिया ते आउण दा ते चंगे काम करन दा, बाणी पढ़न दा, नितनेम करन दा। बाबा जी बाणी अंदर किरपा करदे। सिन सिन एक सिन किन्ना कुु हुंदा है भी ये समा तेरा एवें जा रहा, इनू गवा ना समय नू। सिन सिन औत बिहाद है फूटे ज्यों घट पानी। जिमें एक घड़ा हुंदा उहदे विच पानी हुंदा है, जेड़े जे घड़ा फुट जावे तो पानी खिंड जांदा, मगरों हथ कुछ नहीं आउण वाला। ये समा बख्शिया इहदे विच आके चंगे काम कर ला, ते नहीं तो ये एवें समा जा रहा है। अगे भी बड़ा सोहना बचन कहा, हर गुण काहे ना गावई मूर्ख अज्ञाना। हे भलिया तू गुरु दे गुण भुलिया फिरदा, अपने अज्ञान विच फसिया फिरदा। हर गुण काहे ना गावई मूर्ख अज्ञाना। झूठे लालच लग कै न मरन पसाना। झूठे लालचां विच लग्या फिरदा है। आ माया, आ पुत्र धीआं, आ जायदात, बड़ा बड़ा कुछ सोचदा है, नाल किसी चीज़ ने नहीं जाना, सब कुछ इत्थे ही रह जाना। हर गुण काहे ना गावई। बाबा जी ने बाणी अंदर किरपा कीती है। मूर्ख क्या जेड़ा गुण नहीं गाउंदा रब दे। हर गुण काहे ना गावई मूर्ख अज्ञाना। झूठे लालच लग कै ना मरन पसाना। झूठे लालचा मगर लग्या फिरदा, झूठ समगरी पेख सच कर जानिया। काम क्रोध हंकार फिरे दबानिया। सिर लगा जम डंड तां पछतानिया। बिन पूरे गुरदेव फिरे सतानिया। बैर करे निर्वैर नाल झूठे लालचा। झूठे लालचा मगर लग के, झूठी उपमा मगर लग के निर्वैरा नाल बैर कमाउणा। झूठे लालचा पिछे ये रब नूं नहीं पाउंदा। बाबा जी अपनी बाणी अंदर ये सारा कुछ दसदे। आ जेड़ा नानकसर दरबार, ये किहदा दरबार है? आ मालक धन धन बाबा नंद सिंह जी महाराज, बाबा ईसर सिंह जी महाराज, जिन्हां दा सारा परिवार, तिन्ने महापुरुष जेड़े वो भी चोला बदल गए। अज उन्हां दे प्यारे सेवादार ये गुरु घर दे विच जो सेवा करते हैं। बाबा जी का दुनिया विच क्यों ना है? बखरी वस्तु बाबा जी कोले केड़ी सी? बाबा जी का त्याग ते बाबा जी का जीवन। त्याग केड़ा? सूई दे नक्के जिन्नी अपने ना कोई चीज़ नहीं लवाई। सूई दे नक्के जिन्नी
ਫਿਰ ਇਹ ਵਚਨ ਕਹਿ ਦਿੱਤਾ, ਇਸਤਰੀ ਨੂੰ ਮਾਂ ਤੇ ਪੈਸੇ ਨੂੰ ਗਾਂ। ਕਿੱਡਾ ਵੱਡਾ ਤਿਆਗ ਹੈ। ਆ ਤਾਂ ਨਾਨਸਰ ਦਾ ਨਾਂ ਦੁਨੀਆ ਦੇ ਵਿੱਚ। ਤੁਸੀਂ ਗਿਆਨੀ ਜੀ ਤੋਂ ਸੁਣ ਰਹੇ ਸੀ, ਭਾਈ ਸਤਨਾਮ ਸਿੰਘ ਤੋਂ। ਆ ਸਾਡੇ ਇੱਥੇ ਭਾਈ ਗੁਰਪਾਲ ਸਿੰਘ ਜੀ ਹੰਸਰਾ ਬੋਲ ਕੇ ਗਏ ਆ। ਮੈਂ ਦੇਖਦਾ ਸੀ ਕਈ ਬੰਦੇ ਬੋਲੀ ਜੇ ਵੀ ਜਾਂਦੇ ਸੀ ਵਿੱਚ, ਪਰ ਨਹੀਂ, ਉਹਨਾਂ ਦਾ ਹੱਕ ਬਣਦਾ ਸੀ ਬੋਲਣਾ। ਉਹ ਪਰਿਵਾਰ ਜਦੋਂ ਤੋਂ ਅਸੀਂ ਆਏ ਆ, ਮੈਨੂੰ ਇੰਨਾ ਕੁ ਪਤਾ 1964 ਤੋਂ ਲੈ ਕੇ ਇਸ ਨਾਨਕਸਰ ਦੇ ਨਾਲ ਜੁੜਿਆ ਤਾਂ ਅਸੀਂ ਵੇਖਿਆ। 63 ਦੇ ਉਹ ਬਚਨ ਆਪ ਦੱਸੀ ਜਾਂਦੇ ਸੀ, ਪਹਿਲਾਂ ਦੇ ਜੁੜੇ ਹੋਏ ਆ। ਅੱਜ ਸਾਰਾ ਪਰਿਵਾਰ ਬਾਹਰਲੇ ਮੁਲਕ ਬੈਠਾ, ਉੱਥੇ ਵੀ ਸਾਰਿਆਂ ਕੋਲੇ ਏਡੇ ਏਡੇ ਬਸਤੇ ਜੇ ਰੱਖੇ ਹੁੰਦੇ ਆ, ਤੇ ਜਦੋਂ ਆਪਣੇ ਪੂਰਨਮਾਸੀਆਂ ਸਮਾਗਮ ਹੁੰਦੇ ਆ, ਸਭ ਇੱਥੋਂ ਦਾ ਪ੍ਰੋਗਰਾਮ ਵੇਖਦੇ ਆ। ਪਿਆਰ ਹੈ ਨਾ, ਖਿੱਚ ਹੈ ਨਾ। ਤੇ ਉਹ ਸਰਦਾਰ ਬਲਵੀਰ ਸਿੰਘ ਹੋਣੀ, ਉਹਨਾਂ ਦੇ ਪਿਤਾ ਜੀ ਸੀ। ਚਲੋ ਉਹਨਾਂ ਦੇ ਜਿਵੇਂ ਵਿਚਾਰੇ ਫੁੱਲ ਲੈ ਕੇ ਆਏ ਆ, ਅਮਰੀਕਾ ਤੋਂ ਪਹਿਲਾਂ ਆਇਆ ਨਹੀਂ ਗਿਆ। ਭਾਈ ਗੁਰਪਾਲ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ, ਬਲਜੀਤ ਸਿੰਘ ਜੀ, ਦੋਨੇ ਭਰਾ ਆਏ ਆ। ਉਹ ਇਸ ਘਰ ਦੇ ਨਿੱਜੀ ਸੇਵਾਦਾਰ ਹੈ। ਤਾਂ ਉਹਨਾਂ ਦਾ ਕਿੰਨੇ ਰਾਗੀ ਸਿੰਘਾਂ ਨੇ ਨਾਂ ਲਿਆ। ਕੋਈ ਲਾਲਚ ਨਹੀਂ ਹੈ ਉਹਨਾਂ ਤੋਂ, ਉਹ ਜੁੜੇ ਆ, ਉਹਨਾਂ ਦੀ ਦਰਬਾਰ ਨਾਲ ਗੰਢ ਹੈ। ਉਹ ਸਵਾਸ ਨਾਲ ਸਿਫਤ ਕਰਦੇ ਆ, ਜਿਵੇਂ ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ। ਸਿਫਤ ਖਜ਼ਾਨਾ ਬਖਸ਼ ਹੈ, ਜਿਸ ਬਖਸ਼ੈ ਸੋ ਖਰਚਾ ਖਾਏ। ਸਤਿਗੁਰ ਬਿਨ ਹੱਥ ਨਾ ਆਵਈ, ਸਭ ਥੱਕੇ ਕਰਮ ਕਮਾਏ। ਉੱਤੀ ਗੰਢ ਪਵੈ ਸੰਸਾਰ, ਭੁੱਖਿਆਂ ਗੰਢ ਪਵੈ ਜਾਂ ਖਾਏ। ਵੇਦਾਂ ਗੰਢ ਬੋਲੇ ਸੱਚ ਕੋਏ, ਨਾਨਕ ਆਖਾ ਇਹੋ ਵਿਚਾਰ। ਸਿਬਤੀ ਗੰਢ ਪਵੈ ਦਰਬਾਰ। ਜਿਹੜਾ ਬੰਦਾ ਸਿਫਤ ਕਰੂ ਆਪਣੇ ਮਾਲਕ ਦੀ, ਬਾਬਾ ਜੀ ਦੀ, ਤੇ ਉਹਨਾਂ ਦੀ ਦਰਬਾਰ ਨਾਲ ਗੰਢ ਪੈਣੀ ਹੈ। ਉਹ ਤਾਂ ਸਿਫਤ ਕਰ ਰਹੇ ਸੀ ਇੱਥੇ। ਬਾਬਾ ਜੀ ਨੇ ਇੰਨੀ ਦੁਨੀਆ ਨੂੰ ਜੋੜਿਆ, ਉਹਨਾਂ ਦੇ ਅਨੋਖੇ ਕੰਮ ਸੀ। ਜੇ ਅਸੀਂ ਦੱਸੀਏ, ਸਾਡੇ ਨਾਲ ਵੀ ਘਟਨਾ ਘਟੀ ਸੀ। ਅਸੀਂ 5-6 ਸਾਲ ਦੀ ਉਮਰ ਦੇ ਸੀਗੇ। ਸਾਡੀ ਮਾਤਾ ਨੇ ਛੋਟੇ ਛੋਟੇ ਫੋਟੋ ਰੱਖੇ ਵੇ, ਬਾਬਾ ਈਸਰ ਸਿੰਘ ਜੀ ਮਹਾਰਾਜ ਦੇ ਅਲਮਾਰੀ ਵਿੱਚ। ਅਸੀਂ ਬਹੁਤ ਮਹੀਨਾ ਭਰ ਬਿਮਾਰ ਰਹੇ, ਮਹੀਨਾ ਭਰ ਮੰਜੇ ਤੋਂ ਉੱਠ ਕੇ ਤੁਰ ਨਹੀਂ ਸੀ ਸਕਦੇ। ਉਦੋਂ ਆਹ ਫਲੱਡ ਜਿਹੇ ਆਏ ਵੇ ਸੀ ਬਹੁਤ। ਅਸੀਂ ਆ ਜਿਨ੍ਹਾਂ ਨੂੰ ਜਮਦੂਤ ਕਹਿੰਦੇ ਆ, ਆਪ ਉਹਨਾਂ ਨੂੰ ਦੇਖਿਆ, ਦਰਸ਼ਨ ਕੀਤੇ ਆ ਉਹਨਾਂ ਦੇ। ਉਹ ਅੰਦਰ ਆ ਗਏ, ਅਸੀਂ ਚੀਕਾਂ ਮਾਰੀਆਂ, ਆਪਦੀ ਮਾਂ ਨੂੰ ਯਾਦ ਕੀਤਾ। ਮਾਂ ਨੇ ਭੱਜ ਕੇ ਜਾ ਕੇ ਉਹ ਬਾਬਾ ਜੀ ਦੇ ਸਰੂਪ ਦੀ ਬਾਰੀ ਖੋਲ੍ਹ ਦਿੱਤੀ। ਮੈਨੂੰ ਮੇਰਾ ਮੂੰਹ ਮੋੜ ਕੇ ਕਹੇ, ਪੁੱਤ ਇੱਧਰ ਵੇਖ, ਉੱਧਰ ਦੇਖਣਾ ਬਾਬਾ ਜੀ ਵੱਲ। ਉਹ ਗਾਂਹ ਲੰਘ ਗਏ। ਇਹ ਹਾਲੀਆਂ ਹੋਇਆ ਕੰਮ। ਜਦੋਂ ਗਾਹਾਂ ਲੰਘੇ ਤੇ ਮੈਂ ਆਖਿਆ ਆਪਣੇ ਬੋਤੇ ਨੂੰ ਲੈ ਗਏ। ਐਂ ਬੋਤਾ ਲਈ ਜਾਂਦੇ ਆ। ਤੇ ਮਾਤਾ ਸਾਡੇ ਪਿਤਾ ਨੂੰ ਕਹਿੰਦੀ, ਜਾਓ ਦੇਖ ਕੇ ਤਾਂ ਆਓ ਬੋਤੇ ਨੂੰ। ਜਦੋਂ ਵੇਖਿਆ ਤਾਂ ਬੋਤੇ ਦਾ ਮੂੰਹ ਮੱਕੇ ਵੱਲ ਨੂੰ ਹੋਇਆ ਪਿਆ। ਜਦੋਂ ਬੋਤਾ ਮਰ ਜੇ ਨਾ, ਉਹਦਾ ਮੱਕੇ ਵੱਲ ਨੂੰ ਮੂੰਹ ਹੋ ਜਾਂਦਾ। ਉਹ ਸੱਚੀਓ ਮਰਿਆ ਪਿਆ। ਉਦੋਂ ਮੁੜ ਕੇ ਸਾਨੂੰ ਮੋੜ ਪੈਣ ਲੱਗ ਗਿਆ। ਹੌਲੀ ਹੌਲੀ ਅਸੀਂ ਠੀਕ ਹੋ ਗਏ। 5 ਜਾਂ 6 ਸਾਲ ਦੇ ਸੀ ਉਦੋਂ।
ਦੇਖੋ ਮਹਾਂਪੁਰਸ਼ਾਂ ਦੀ ਇੱਕ ਦ੍ਰਿਸ਼ਟੀ ਪੈ ਜਾਣੀ, ਕਿਰਪਾ ਹੋ ਜਾਣੀ, ਇਹ ਬਹੁਤ ਵੱਡੀ ਗੱਲ ਹੈ। ਬਾਬਾ ਜੀ ਕੀ ਚੀਜ਼ ਸੀ ਜੋ ਗੁਰੂ ਨਾਨਕ ਦਾ ਬਚਨ ਹੈ। ਭਾਈ ਬਾਲੇ ਵਾਲੀ ਸਾਖੀ ਵਿੱਚ ਲਿਖਿਆ ਵਾ, ਜਿੱਤੇ ਰੰਧਾਵੇ ਦੇ ਖੂਹ ਤੇ ਬਾਬਾ ਨਾਨਕ ਜੀ ਮਹਾਰਾਜ ਜਦੋਂ ਉੱਥੇ ਰਹੇ ਨਾ ਕੁਝ ਸਮਾਂ, ਤਾਂ ਜਿੱਤੇ ਨੇ ਇੱਕ ਦਿਨ ਬੇਨਤੀ ਕਰਤੀ, ਸੱਚੇ ਪਾਤਸ਼ਾਹ ਆਪ ਤੋਂ ਬਾਅਦ ਸਮਾਂ ਕਿਵੇਂ ਬੀਤੇਗਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜਿੱਤਿਆ ਤੂੰ ਬਚਨ ਬੜਾ ਸੋਹਣਾ ਪੁੱਛਿਆ, ਕਾਗਜ਼ ਕਲਮ ਲਿਆ, ਲਿਖ ਲੈ, ਤੇਰੇ ਕੰਮ ਆਵੇਗਾ। ਫਿਰ ਕੀ ਲਿਖਾਇਆ ਗੁਰੂ ਨਾਨਕ ਸਾਹਿਬ ਨੇ, ਬਈ ਅਸੀਂ 84 ਜਾਮੇ ਪਹਿਰਾਂਗੇ, 84 10 ਪ੍ਰਗਟ 74 ਜਾਮੇ ਸੰਤਾਂ ਦੇ ਰੂਪ ਚ ਆਵਾਂਗੇ। ਜੇ ਹੁਣ ਸੰਤ ਗਿਣ ਲਈ ਤਾਂ 74,000 ਵੀ ਹੋ ਸਕਦੇ ਆ, ਪਰ ਉਹਨਾਂ ਦੀ ਜਿਹੜਾ ਬਚਨ ਸੀ ਗੁਰੂ ਨਾਨਕ ਸਾਹਿਬ ਦਾ, ਉਹ 74 ਜਾਮਿਆਂ ਵਿੱਚੋਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਆਏ, ਬਾਬਾ ਈਸਰ ਸਿੰਘ ਜੀ ਮਹਾਰਾਜ ਆਏ। ਇਹ ਜਿਹੜਾ ਨਾਨਕਸਰ ਦੀ ਗੱਦੀ ਆ 74 ਜਾਮਿਆਂ ਵਿੱਚੋਂ ਚੱਲ ਰਹੀ ਹੈ। ਇਸ ਲਈ ਬਾਬਾ ਜੀ ਨੇ ਇੱਕ ਇੱਥੇ ਸ਼ਰਤ ਰੱਖਤੀ, ਸ਼ਰਤ। ਉਹ ਕਿਹੜੀ ਸ਼ਰਤ? ਇਸਤਰੀ ਨੂੰ ਮਾਂ, ਬਈ ਦ੍ਰਿਸ਼ਟੀ ਜਿਹੜਾ ਸੇਵਾਦਾਰ ਰਹਿਣ ਵਾਲਾ, ਤੇ ਪੈਸੇ ਨੂੰ ਗਾਂ। ਇਸਤਰੀ ਨੂੰ ਮਾਂ ਕਿਵੇਂ? ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਜਦੋਂ ਇਹ ਸਕੂਲ ਵਿੱਚ ਦਾਖਲ ਹੋ ਗਿਆ, ਉਹਦੀ ਦ੍ਰਿਸ਼ਟੀ ਇਹ ਹੋਣੀ ਚਾਹੀਦੀ ਹੈ, ਕੋਈ ਐਸੀ ਮਾੜੀ ਦ੍ਰਿਸ਼ਟੀ ਨਹੀਂ ਹੋਣੀ ਚਾਹੀਦੀ, ਤੇ ਮਾੜੇ ਪਾਸੇ ਫੁਰਨੇ ਨਹੀਂ ਜਾਣੇ ਚਾਹੀਦੇ। ਇਹ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਪੈਸੇ ਨੂੰ ਗਾਂ ਕਿਵੇਂ? ਮੈਂ ਕਹਿਣਾ ਤਾਂ ਹੈ ਨਹੀਂ ਸੀ ਮੈਂ, ਪਰ ਉਹਨਾਂ ਬਚਨਾਂ ਦਾ ਜਵਾਬ ਜ਼ਰੂਰ ਦੇਣਾ ਹੈ। ਸਾਡੇ ਭਾਈ ਸੁਖਦੇਵ ਸਿੰਘ ਹੋਣੀ ਉਹ ਤਾਂ ਬੜੇ ਗੁਰਮੁਖ ਹੈ, ਪਤਾ ਨਹੀਂ ਉਹਨਾਂ ਨੂੰ ਉਹਦੇ ਕੀ ਹੋ ਗਿਆ ਪਿਛਲੀ ਪੁੰਨਿਆਂ ਤੇ। ਕਹਿੰਦਾ ਸਿਉਨੇ ਤੇ ਪੈਸੇ ਮੰਗੀ ਜਾਂਦੇ ਆ, ਪੈਸੇ। ਮੈਂ ਕਹਿੰਦਾ ਕੋਈ ਮੂਹਰੇ ਹੋ ਕੇ ਦੱਸੇ ਵੀ ਕਿਹਤੋਂ ਪੈਸੇ ਮੰਗੇ ਆ ਕਿਸੇ ਨੇ। ਜੇ ਉਹਨੂੰ ਜਾਨੋਂ ਨਾ ਮਾਰ ਦਈਏ, ਚਪੇੜਾ ਨਾ ਮਾਰੀਏ ਉਹਦੇ ਮੂੰਹ ਤੇ। ਇੱਥੇ ਬਾਬਾ ਜੀ ਦੇ ਘਰ ਵਿੱਚ ਸਾਡੀ ਜ਼ਿੰਮੇਵਾਰੀ ਹੈ, ਬਈ ਕਿਸੇ ਮੂਹਰੇ ਹੱਥ ਅੱਡ ਕੇ ਪੈਸਾ ਨਹੀਂ ਮੰਗਣਾ। ਕੰਮ ਸਾਰਾ ਪੈਸੇ ਨਾਲ ਚੱਲਦਾ। ਸੰਗਤਾਂ ਸੰਗੀ ਨਿੱਜੀ ਸੇਵਾਦਾਰ ਆਪਣੀ ਖੁਸ਼ੀ ਨਾਲ ਗੁਪਤ ਸੇਵਾ ਕਰਕੇ ਜਾਂਦੇ ਆ। ਕੰਮ ਤਾਂ ਸੇਵਾ ਨਹੀਂ ਚੱਲਦੇ ਆ। ਇਹ ਤਾਂ ਹੋਊਗੀ ਮੰਗਣ ਦੀ ਗੱਲ। ਬਾਬਾ ਜੀ ਦਾ ਬਚਨ ਸੀ ਵੀ ਗੁੱਟ ਵੜ ਦਿਓ ਜੇ ਕੋਈ ਮੰਗਦਾ। ਜੇ ਕੋਈ ਝੂਠ ਬੋਲਦਾ, ਫਿਰ ਬਾਬਾ ਜੀ ਦਾ ਕੀ ਬਚਨ ਸੀ? ਉਹ ਕੋਈ ਮੈਲੀ ਚੀਜ਼ ਖਾ ਰਿਹਾ। ਜੇ ਝੂਠ ਬੋਲਦਾ, ਸੱਚ ਬੋਲਦਾ, ਦੁੱਧ ਪੀ ਰਿਹਾ। ਇਹ ਬਾਬਾ ਜੀ ਦਾ ਬਚਨ ਹੈ, ਮੇਰਾ ਨਹੀਂ। ਉਹ ਮੈਂ ਕਹਿ ਸਕਦਾ। ਤੇ ਜਿਹੜੀ ਕਿਹਾ ਸਿਉਨੇ ਦੀ ਸੇਵਾ ਚੱਲਦੀ ਹੈ, ਇਹ ਮੇਰੀ ਮਰਜ਼ੀ ਨਾਲ ਨਹੀਂ ਚੱਲ ਰਹੀ ਸਿਉਨੇ ਦੀ ਸੇਵਾ। ਬਾਬਾ ਈਸਰ ਸਿੰਘ ਜੀ ਮਹਾਰਾਜ ਵੇਲੇ ਸਨ 52 ਵਿੱਚ ਸਿਉਨੇ ਦੀ ਸੇਵਾ ਹੋਈ। ਗੁੰਮ 'ਚ ਲੱਗਿਆ, ਕਲਸ਼ ਲੱਗਿਆ, ਬੜੇ ਲੋਕਾਂ ਮਾਈਆਂ ਬੀਬੀਆਂ ਨੇ ਟੂਮਾਂ ਗਹਿਣੇ ਆਪਣੇ ਲਾ ਕੇ ਦਿੱਤੇ ਇੱਥੇ, ਤੇ ਸਿਉਨਾ ਚੜਿਆ ਕਲਸ਼ ਤੇ।
ਪੀਪਿਆਂ ਵਿੱਚ ਪਾ ਕੇ ਸਿਉਣਾ ਰੱਖਿਆ ਹੁੰਦਾ ਸੀ ਇੱਥੇ ਉਦੋਂ। ਤੇ ਹੁਣ ਤੁਹਾਨੂੰ ਪਤਾ ਵੀ ਸਿਉਣਾ ਵੀ ਕਿੱਦਾਂ ਦਾ ਹੈ। ਜਿਹੜੀ ਅਸੀਂ ਸੇਵਾ ਸ਼ੁਰੂ ਕੀਤੀ ਆ ਇਹ ਕਿਵੇਂ ਕੀਤੀ ਸੀ? ਇਹ ਸਟੇਜ ਤੇ ਬੈਠ ਕੇ ਅਸੀਂ ਕਿਹਾ ਸੀ, ਭਾਈ ਮੈਂ ਆਪਣੇ ਸਤਿਕਾਰਯੋਗ ਮਹਾਂਪੁਰਸ਼ਾਂ ਨੂੰ ਬੇਨਤੀ ਕਰਦਾ ਹਾਂ, ਮੈਨੂੰ ਪਤਾ ਨਹੀਂ ਹੈ ਵੀ ਕੈਸਟ ਕਿਸੇ ਨੇ ਕੀਤੀ ਹੋਵੇ ਕਿ ਨਾ ਕੀਤੀ ਹੋਵੇ, ਬਈ ਬੇਨਤੀ ਕਰਦਾ ਜੇ ਕਿਸੇ ਨੇ ਨਾਲ ਲੱਗਣਾ ਮੇਰੇ ਅੱਜ ਲੱਗ ਸਕਦਾ ਹੈ, ਜੇ ਕਿਸੇ ਨੇ ਮੈਨੂੰ ਹਟਾਉਣਾ ਹੁਣ ਹਟਾ ਸਕਦਾ ਹੈ। ਮੈਂ ਸੇਵਾ ਸ਼ੁਰੂ ਕਰਨ ਲੱਗਿਆ ਉੱਪਰਲੇ ਕਲਸ਼ ਦੀ। ਇਹ ਵਚਨ ਕੀਤਾ ਸੀ, ਸਾਹਮਣੇ ਹੀ ਕਰਨੀ ਹੈ, ਸਾਹਮਣੇ ਹੀ ਚੜਾਉਣਾ ਹੈ। ਇਹ ਵੀ ਵਚਨ ਕੀਤਾ ਸੀ। ਤੇ ਜਦੋਂ ਸ਼ੁਰੂ ਕੀਤੀ ਇੱਥੇ 500 ਬੰਦਾ ਇਕੱਠਾ ਹੋਇਆ, ਪੰਚਾਇਤਾਂ ਹੋਈਆਂ। ਸਤਿਕਾਰਯੋਗ ਬਾਬਾ ਸਾਧੂ ਸਿੰਘ ਜੀ ਮਹਾਰਾਜ, ਉਹਨਾਂ ਕੋਲ ਜਾ ਕੇ ਸੰਗਤਾਂ ਨੇ ਬੇਨਤੀ ਕੀਤੀ। ਫਿਰ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਕੋਲੇ ਜਾ ਕੇ ਬੇਨਤੀ ਕੀਤੀ। ਉਹਨਾਂ ਨੇ ਸਾਡੇ ਵੱਡੇ ਭਾਈ ਭਜਨ ਸਿੰਘ ਜੀ ਉਹਨਾਂ ਨੂੰ ਭੇਜ ਦਿੱਤਾ। ਤੇ ਇਧਰੋਂ ਬਾਬਾ ਸਾਧੂ ਸਿੰਘ ਜੀ ਨੇ ਕਹਿਤਾ, ਉਹ ਕਹਿੰਦੇ ਆ ਤਾਂ ਅਸੀਂ ਵੀ, ਤੇ ਸਾਨੂੰ ਵੀ ਕੋਈ ਇਤਰਾਜ਼ ਨਹੀਂ। ਤੇ ਭਜਨ ਸਿੰਘ ਹੋਣੀ ਕਹਿਣ ਲੱਗੇ, ਜੀ ਤੁਸੀਂ ਸੇਵਾ ਸ਼ੁਰੂ ਕਰੋ। ਸਾਰੀ ਸੰਗਤ ਨੂੰ ਉਹਨਾਂ ਨੇ ਹੱਥ ਜੋੜ ਦਿੱਤੇ। ਸੇਵਾ ਸ਼ੁਰੂ ਹੋ ਗਈ। ਤੇ ਸੇਵਾ ਸ਼ੁਰੂ ਹੋਈ ਨੂੰ ਮਹੀਨਾ ਕੀ ਹੋਇਆ ਸੀ, ਮਗਰੋਂ ਪ੍ਰਾਪੋਗੰਡਾ ਵੀ ਸ਼ੁਰੂ ਹੋ ਗਿਆ। ਲੈ ਇਹ ਤਾਂ ਸਿਉਣਾ ਚੜਾਈ ਜਾਂਦਾ, ਤਾਂ ਸਿਉਣੇ ਦੀ ਸੇਵਾ ਸ਼ੁਰੂ ਕਰਤੀ। ਫਿਰ ਮੈਂ ਤੁਹਾਨੂੰ ਦੱਸਦਾ ਹਾਂ ਵੀ ਕੀ ਕੀ ਹੋਇਆ। ਫਿਰ ਇੱਕ ਬੰਦਾ ਵੀ ਆਇਆ, ਪੁਲਿਸਾਂ ਵੀ ਬੜੀਆਂ ਆਈਆਂ, ਇੱਕ ਥਾਣੇਦਾਰ ਚੜ੍ਹ ਕੇ ਆਇਆ। ਹੁਣ ਸਾਨੂੰ ਨਾਂ ਵੀ ਦੱਸਣੇ ਪੈਣੇ ਆ। ਸਤਨਾਮ ਦੱਸਦਾ ਸੀ, ਬਰਾੜ ਸੀ ਥਾਣੇਦਾਰ ਲੁਧਿਆਣੇ ਤੋਂ, ਬਲਦੇਵ ਸਿੰਘ ਉਹਦਾ ਨਾਂ ਸੀ। ਉਹ ਆਇਆ ਇੱਥੇ ਮੌਕੇ ਦਾ ਥਾਣੇਦਾਰ। ਸਾਡੇ ਇੱਕ ਭਾਈ ਨੇ ਚਾਹ ਪਾਣੀ ਪਿਆ ਕੇ ਤੋਰਤਾ, ਜਾ ਕੇ ਡੰਡੇ ਮਾਰ ਲੱਗ ਗਿਆ ਫਾੜਿਆਂ ਦੇ ਉੱਤੇ। ਅਸੀਂ ਕਿਹਾ, ਉਹ ਇਹ ਕੰਮ ਨਾ ਇੱਥੇ ਕਰੀ, ਤੂੰ ਜਾਣਦਾ ਨਹੀਂ ਇਸ ਜਗ੍ਹਾ ਨੂੰ। ਕਹਿੰਦਾ ਚੱਕੋ ਇਹਨੂੰ, ਮੈਂ ਐਂ ਕਰ ਦੂੰ, ਜਿਉਂ ਕਰ ਦੂੰ। ਮੈਂ ਕਿਹਾ ਚੰਗਾ, ਫਿਰ ਹੁਣ ਹੱਥ ਲਾ ਕੇ ਦਿਖਾ। ਡੰਡਾ ਜਾ ਮਾਰ ਕੇ ਤੁਰ ਗਿਆ। ਤੀਜੇ ਦਿਨ ਜਾ ਕੇ ਨੌਜਵਾਨ ਮੁੰਡਾ ਮਰ ਗਿਆ। ਉਹਦਾ ਪਤਾ ਕਰ ਸਕਦੇ ਹੋ ਜਾ ਕੇ। ਤੇ 6-7 ਦਿਨਾਂ ਬਾਅਦ ਵਿਚਾਰਾ ਸਾਡਾ ਵੀ ਮਨ ਬਰਾ ਗਿਆ, ਰੋਣ ਲੱਗ ਗਿਆ ਆ ਕੇ, ਬਈ ਮੈਥੋਂ ਗਲਤੀ ਹੋ ਗਈ, ਫਲਾਣੇ ਬੰਦੇ ਨੇ ਮੈਨੂੰ ਚਾਹ ਪਾਣੀ ਪਿਆ ਕੇ ਤੋਰਤਾ, ਮੈਨੂੰ ਇਹ ਕੰਮ ਕਰਨਾ ਨਹੀਂ ਚਾਹੀਦਾ ਸੀ। ਮੈਂ ਕਿਹਾ ਅਸੀਂ ਤਾਂ ਭਾਈ ਅਰਦਾਸ ਕਰਕੇ ਇਹ ਸੇਵਾ ਸ਼ੁਰੂ ਕੀਤੀ ਹੈ, ਮੇਰੇ ਕੋਲੇ ਤਾਂ ਸੋਟੀ ਆ ਤੇ ਸਿਮਰਨਾ ਹੈ, ਇਹਦਾ ਵੀ ਮੈਂ ਜਵਾਬ ਦੇਣਾ ਹਜੇ। ਇਹ ਮੈਂ ਸੇਵਾ ਅਰਦਾਸ ਬੇਨਤੀ ਕਰਕੇ ਸ਼ੁਰੂ ਕੀਤੀ ਹੈ ਬਾਬਾ ਜੀ ਦੇ ਅੱਗੇ। ਤੇ ਸੇਵਾ ਹੋ ਗਈ, ਗੁੰਮਜ ਲਾਗੇ 2 ਰਹਿੰਦੇ ਆ, ਜਿੱਦੇ ਲਾਗੇ ਕੰਮ ਖਤਮ। ਇਹ ਕਿਹੜਾ ਕੋਈ ਸਦਾ ਲਈ ਇੱਦਾਂ ਹੀ ਰਹਿਣੀ ਹੈ? ਪ੍ਰਾਪੋਗੰਡਾ ਕਰਨਾ ਤਾਂ ਮਾੜੀ ਗੱਲ ਆ ਨਾ। ਸਗਾਂ ਦੀ ਇਸ ਆੜ ਵਿੱਚ ਸਾਡੇ ਹੋਰ ਭਾਈਆਂ ਨੇ ਸਾਰੇ ਥਾਈਂ, ਸਾਰੇ ਸੱਚਾ ਖੰਡਾਂ ਵਿੱਚ ਵੀ ਲਾਤੇ, ਤਖਤਿਆਂ ਨੂੰ ਵੀ ਲਾਤਾ। ਉਹਨਾਂ ਕੋਲੇ ਸੇਵਾ ਆਉਂਦੀ, ਐਂ ਨਹੀਂ ਕਹਿੰਦੇ ਤੁਸੀਂ ਇੱਥੇ ਲਵਾ ਲਓ, ਉਹ ਕਹਿੰਦੇ ਆ ਜਾਓ ਇੱਥੇ ਹੀ ਲਾ ਲੈਂਦੇ ਆ। ਉਹਨਾਂ ਨੇ ਆਹ ਕੰਮ ਸ਼ੁਰੂ ਕਰ ਲਿਆ। ਚਲੋ ਉਹਨਾਂ ਦਾ ਕੰਮ ਵੀ ਹੋ ਗਿਆ। ਸੇਵਾ ਤਾਂ ਅਸੀਂ ਕੀਤੀ ਸੀ ਆਏ ਸ਼ੁਰੂ, ਅਰਦਾਸ ਹੋਈ ਆ ਤੇ ਹੋ ਕੇ ਹਟੂਗੀ। ਬਾਹਰਲੇ ਬੰਦੇ ਦਾ ਕੋਈ ਹੱਕ ਨਹੀਂ ਸਾਨੂੰ ਆ ਕੇ ਇੱਥੇ ਕਹਿ ਦੇਣਾ। ਮੇਰੇ ਭਾਈ ਆ ਜਿਹੜੇ ਬਰਾਬਰ ਦੇ, ਉਹ ਮੈਨੂੰ ਕਹਿਣ, ਬੈਠ ਕੇ ਮੇਰੇ ਨਾਲ ਵਿਚਾਰ ਕਰਨ, ਮੈਂ ਕਰਨ ਨੂੰ ਤਿਆਰ ਹਾਂ। ਤੇ ਜਿਹੜੀ ਗੱਲ ਕਹੀ ਸੀ ਮੈਨੂੰ ਬਈ ਸੋਟੀ ਤੇ ਸਿਮਰਨਾ ਰੱਖਦੇ ਆ, ਸੋਟੀ ਤਾਂ ਅਸੀਂ ਤਾਂ ਰੱਖਦੇ ਆ ਕਿ ਵੀ ਹਰੇਕ ਬੰਦਾ ਸਾਡੇ ਪੈਰਾਂ ਨੂੰ ਹੱਥ ਨਾ ਲਾਵੇ। ਹੱਥ ਲਾਉਣਾ ਪੈਂਦਾ, ਮੋਢੇ ਤੇ ਹੱਥ ਧਰਨਾ ਪੈਂਦਾ, ਉਹ ਅਸੀਂ ਮੂਹਰੇ ਕਰ ਦਿੰਦੇ ਆ। ਸੋਟੀ ਤਾਂ ਅਸੀਂ ਤਾਂ ਰੱਖੀ ਆ। ਹੁਣ ਸੁਖਦੇਵ ਸਿੰਘ ਉਹਨਾਂ ਨੇ ਤਾਂ 2 ਬੰਦੇ ਰੱਖੇ ਹੁੰਦੇ ਆ, ਜਿਵੇਂ ਗੱਡੇ ਨਾਲ ਵੱਧ ਜੋੜੇ ਹੁੰਦੇ ਆ, ਹੱਥ ਮੋਢਿਆਂ ਤੇ ਰੱਖ ਕੇ ਭਾਰ ਦੇ ਦਿੰਦੇ ਆ। ਹੁਣ ਮੇਰੇ ਗੋਡੇ ਦੁਖਦੇ ਆ, ਮੈਂ ਸੋਟੀ ਦੇ ਭਾਰ ਦੇ ਦਿੰਦਾ, ਸੋਟੀ ਭਾਰ ਚੁੱਕ ਲੈਂਦੀ ਆ ਉਹਨਾਂ।
ਤੇ ਇਹ ਤਾਂ ਬਿਰਧ ਅਵਸਥਾ ਦਾ ਮਤਲਬ ਹੈ ਨਾ। ਨਾਲੇ ਸਾਡਾ ਤਾਂ ਉਮਰ ਵੀ ਉਹਨਾਂ ਨੂੰ 10-11 ਸਾਲ ਵੱਡੀ ਹੈ। ਤੇ ਇਹ ਸੋਟੀ ਜਿਹੜਾ ਸਿਮਨ ਹੈ ਮੇਰੇ ਮਾਲਕ ਦਾ ਫੜਾਇਆ। ਜਦੋਂ ਤੋਂ ਇਹ ਫੜਿਆ ਉਦੋਂ ਤੋਂ ਮੈਨੂੰ ਕੋਈ ਬੰਦਾ ਮੇਰਾ ਸੰਗੀ ਸਾਥੀ ਭਿੰਗਮ ਕੋਈ ਮੈਨੂੰ ਆ ਕੇ ਕਹਿ ਦੇ ਬਾਬਾ ਜੀ ਇਹ ਤੁਹਾਨੂੰ ਪੈਸੇ ਨੂੰ ਹੱਥ ਲਾਉਂਦੇ ਵੇਖਿਆ ਨਹੀਂ। ਸਾਡੇ ਸੇਵਾਦਾਰ ਕੰਮ ਚਲਾਉਂਦੇ, ਅਸੀਂ ਨਹੀਂ ਲਾਉਂਦੇ। ਇਹ ਬਾਬਿਆਂ ਦੀ ਕਿਰਪਾ ਹੈ, ਬਾਬਾ ਨਰਾਇਣ ਸਿੰਘ ਜੀ ਮਹਾਰਾਜ ਦੀ। ਇਹ ਸੋਟੀ ਸਿਮਰੇ ਦੀ ਗੱਲ ਹੋ ਗਈ। ਹੁਣ ਆ ਗਈ ਆ ਗੱਦੀ ਦੀ ਗੱਲ। ਗੱਦੀਆਂ ਲਾਉਂਦੇ ਆ ਇਹ ਗੱਦੀ ਮੇਰੇ ਮਾਲਕ ਨੇ ਲਵਾਈ ਆ, ਬਾਬੇ ਨਰਾਇਣ ਸਿੰਘ ਨੇ। ਪਹਿਲਾਂ ਤਾਂ ਮੈਂ ਚਾਦਰ ਹੀ ਵਸਾਉਂਦਾ ਸੀ ਇੱਥੇ, ਕਿਉਂਕਿ ਸੁੱਚਮ ਵਾਸਤੇ ਦਰੀਆਂ ਵਿਛੀਆਂ ਉੱਤੇ ਚਾਦਰ ਵਸਾ ਲਈ। ਹੁਣ ਇੰਨਾ ਕੁ ਮੋਟਾ ਗੱਦਾ ਲਾਇਆ ਵਾ, ਸਾਡਾ ਆਪਰੇਸ਼ਨ ਹੋਇਆ ਵਾ, ਡਾਕਟਰ ਕਹਿੰਦੇ ਵੀ ਲੱਤਾਂ ਲਮਕਾ ਕੇ ਬੈਠੋ। ਮੈਂ ਕਿਹਾ ਲੱਤਾਂ ਤਾਂ ਮੈਂ ਲਮਕਾ ਨਹੀਂ ਸਕਦਾ, ਔਖਾ ਸੌਖਾ ਐਂ ਬਹਿ ਜਾ ਕਰੂੰ, ਲੱਤਾਂ ਥੱਲੇ ਕਰ ਲਿਆ ਕਰੂੰ, ਗੱਦਾ ਥੱਲੇ ਕਰ ਲੂੰ, ਲੱਤਾਂ ਮੂਹਰੇ ਕਰ ਲੂੰ। ਆਪਦੀ ਤਕਲੀਫ ਦੇ ਮਾਰੇ ਬਹਿੰਦੇ ਆ। ਤੇ ਇਹਨਾਂ ਨੂੰ ਪਤਾ ਨਹੀਂ ਕਿ ਸੱਪ ਲੜਦਾ ਵੀ ਤੁਸੀਂ ਕਿਉਂ ਇਹ ਗੱਦੇ ਲਾਉਨੇ ਹੋ। ਮੇਰੇ ਮਾਲਕ ਨੂੰ ਨਹੀਂ ਪਤਾ। ਪਰ ਜਦੋਂ ਤੋਂ ਬਾਬਿਆਂ ਦੀ ਕਿਰਪਾ ਦੁਆਰਾ ਬਾਬਾ ਜੀ ਦੇ ਘਰ ਵਿੱਚ ਦਾਖਲ ਹੋਏ ਆ, ਕਿਸੇ ਮਾਂ ਭੈਣ ਨੂੰ ਗੱਡੀ ਵਿੱਚ ਨਹੀਂ ਬਹਾਇਆ, ਕਿਸੇ ਨੂੰ ਕੱਲਿਆਂ ਨਹੀਂ ਬਹਾਇਆ, ਕਿਸੇ ਕੱਲਿਆਂ ਨਾਲ ਗੱਲ ਨਹੀਂ ਕੀਤੀ, ਕੋਈ ਪੈਸੇ ਨੂੰ ਹੱਥ ਨਹੀਂ ਲਾਇਆ। ਇਹ ਮੈਂ ਦੀਵਾਨ 'ਚ ਨਹੀਂ ਸੀ ਕਰਨੀਆਂ, ਇਹ ਮੈਨੂੰ ਕਿਉਂ ਕਰਨੀਆਂ ਪਈਆਂ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ। ਇਹ ਸਟੇਜ 'ਤੇ ਬੋਲਿਆ ਗਿਆ ਤਾਂ ਮੈਂ ਉਹਦਾ ਜਵਾਬ ਦੇਣ ਲੱਗਿਆ। ਨਹੀਂ ਜਦੋਂ ਵੀ ਮਰਜੀ ਜਿੱਥੇ ਵੀ ਮੈਨੂੰ ਕਹਿਣ ਸਾਡੇ ਸਥਾਨ 'ਤੇ ਮੇਰੇ ਨਾਲ ਜਿਹਦੀ ਮਰਜੀ ਵਿਚਾਰ ਕਰ ਸਕਦਾ, ਜਿਹਦੀ ਮਰਜੀ। ਸਾਡੇ ਭਾਈਆਂ 'ਚੋਂ ਸਾਡੇ ਭਾਈ ਤਾਂ ਵਿਚਾਰੇ ਉਹ ਤਾਂ ਉਹਨਾਂ ਨੂੰ ਪਤਾ ਸਾਰਾ, ਉਹ ਮੈਨੂੰ ਕੀ ਕਹਿੰਦੇ, ਉਹ ਤਾਂ ਕੁਛ ਨਹੀਂ ਕਹਿੰਦੇ। ਬਾਹਰਲਿਆਂ ਨੂੰ ਕੀੜੇ ਜਲਾਉਂਦੇ ਆ, ਸਾਨੂੰ ਨਹੀਂ ਪਤਾ ਕਿਉਂ। ਅਸੀਂ ਦੱਸਦੇ ਹਾਂ ਬਾਬਾ ਜੀ ਦੇ ਗੁਣ, ਬਾਬਾ ਆਨੰਦ ਸਿੰਘ ਜੀ ਦੇ, ਬਾਬਾ ਈਸਰ ਸਿੰਘ ਜੀ ਮਹਾਰਾਜ ਦੇ। ਬਾਬਾ ਜੀ ਕਹਿੰਦੇ ਜੀ ਜੀਵਨ ਹੈ ਤਾਂ ਸਭ ਕੁਛ ਹੈ, ਜੇ ਜੀਵਨ ਨਹੀਂ ਬਣਿਆ ਆ ਜਿਹੜੀ ਨਾਨਕਸਰ ਦੀ ਦਾਤ ਹੈ ਉੱਠਾ ਲਟਕਲੇ ਨਹੀਂ ਮਿਲਦੀ, ਉੱਠਾ ਲਟਕਲੇ। ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਗੁਰੂ ਕੌਣ ਸੀ? ਕੌਣ ਸੀ ਗੁਰੂ? ਗੁਰੂ ਨਾਨਕ ਦੇਵ ਜੀ ਮਹਾਰਾਜ ਮਾਲਕ, ਗੁਰੂ ਨਾਨਕ ਨਿਰੰਕਾਰ, ਉਹ ਸੀ ਗੁਰੂ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਨੂੰ ਪ੍ਰਗਟ ਕੀਤਾ। ਜਦੋਂ ਇਹ ਬਚਨ ਜਿਵੇਂ ਹਜੂਰ ਸਾਹਿਬ ਦਾ ਬਾਬਾ ਜੀ ਨੇ ਸੁਣਿਆ ਬਈ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮਹਿਲੇ। ਇਹ ਹਾਜ਼ਰ ਨਾਜ਼ਰ ਹੈ। ਬਾਬਾ ਨਾਨਕ ਸਿੰਘ ਜੀ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਤੁਸੀਂ ਹਾਜ਼ਰ ਨਾਜ਼ਰ ਹੋ, ਤੁਹਾਨੂੰ ਹਾਜ਼ਰ ਨਾਜ਼ਰ ਗੱਦੀ ਦਿੱਤੀ ਹੈ ਗੁਰੂ ਕਲਗੀਧਰ ਪਾਤਸ਼ਾਹ ਨੇ। ਤੇ ਸੱਚੇ ਪਾਤਸ਼ਾਹ ਤੁਸੀਂ ਪ੍ਰਗਟ ਹੋ ਕੇ ਦਰਸ਼ਨ ਦਿਓ। ਬਾਬਾ ਜੀ ਨੇ ਅਰਦਾਸਾਂ ਜੋਦੜੀਆਂ, ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਕੀਤੀਆਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਰਸ਼ਨ ਦੇ ਦਿੱਤੇ, ਕਿਰਪਾ ਕਰ ਦਿੱਤੀ। ਤਾਂ ਦੇਖ ਲਓ ਨਾਨਕਸਰ ਬਾਬਾ ਜੀ ਨੇ ਆਪ ਪੱਕੀ ਇੱਟ ਨਹੀਂ ਲਾਈ। ਕਈ ਕਹਿ ਦਿੰਦੇ ਜੀ ਬਾਬਿਆਂ ਨੇ ਤਾਂ ਪੱਕੀ ਇੱਟ ਨਹੀਂ ਲਾਈ, ਬਿਲਕੁਲ ਨਹੀਂ ਲਾਈ। ਪਰ ਬਾਬਾ ਜੀ ਨੇ ਵਚਨ ਕੀਤਾ ਸੀ ਮੈਂ ਨਹੀਂ ਲਾਉਣੀ, ਮੇਰਾ ਰੋਜ਼ਾ ਰੱਖਿਆ, ਲਾਉਣ ਵਾਲਾ ਵੀ ਆ ਗਿਆ। ਧੰਨ ਧੰਨ ਬਾਬਾ ਈਸਰ ਸਿੰਘ ਜੀ ਵੱਲ ਸਿਹਾਰਾ ਸੀ। ਕਈਆਂ ਨੇ ਕਹਿਣਾ ਜੀ ਬਾਬਾ ਜੀ ਟੋਆ ਪੁੱਟ ਕੇ ਬਹਿੰਦੇ ਆ,
ਇਹ ਗੱਦੀਆਂ ਲਾ ਕੇ ਬਹਿੰਦੇ ਆ ਮੇਰੇ ਮਾਲਕ ਬਾਬਾ ਈਸਰ ਸਿੰਘ ਜੀ ਮਹਾਰਾਜ ਬੈਠੇ ਆ ਨਾ ਗੱਦੀ ਤੇ, ਇਹ ਬੈਠੇ ਆ, ਅਸੀਂ ਨਹੀਂ। ਬਾਬਾ ਈਸਰ ਸਿੰਘ ਜੀ ਮਹਾਰਾਜ ਭਾਵੇਂ ਆਪ ਬਾਬਾ ਜੀ ਨੀਵੇਂ ਸੀ, ਪਰ ਆਪਣੇ ਪੁੱਤਰ ਨੂੰ ਉੱਚਿਆ ਬਹਾਇਆ। ਕਿਉਂ ਬਹਾਇਆ? ਉਹਨਾਂ ਦੀ ਇਹ ਖੁਸ਼ੀ ਸੀ, ਦ੍ਰਿਸ਼ਟੀ ਸੀ ਬਈ ਮੈਂ ਆਪਣੇ ਪੁੱਤਰ ਨੂੰ ਉੱਚਿਆ ਵੇਖਣਾ, ਉੱਚਿਆ ਨੀਵਾਂ ਨਹੀਂ ਵੇਖਣਾ। ਤੇ ਅੱਜ ਸਾਰੀ ਦੁਨੀਆ ਵਿੱਚ ਉੱਚੇ ਕਰ ਦਿੱਤੇ, ਵਰਲਡ ਵਿੱਚ ਸਾਰੇ ਥਾਂ, ਕੈਨੇਡਾ, ਅਮਰੀਕਾ, ਸਭ ਦੁਨੀਆ ਯਾਦ ਕਰਦੀ ਹੈ ਬਾਬਾ ਈਸਰ ਸਿੰਘ ਜੀ ਮਹਾਰਾਜ ਨੂੰ। ਤਾਂ ਕਰਦੀ ਹੈ ਭਾਈ, ਉਹਨਾਂ ਦਾ ਜੀਵਨ ਹੈ, ਜਰ ਸਤਵ ਹੈ। ਬਾਬਾ ਜੀ ਤਾਂ ਜੇ ਕੋਈ ਉਹਨਾਂ ਦੇ ਚੋਲੇ ਨੂੰ ਹੱਥ ਲਾ ਦਿੰਦਾ ਸੀ ਨਾ, ਐ ਜਾਣੇ ਅਣਜਾਣੇ ਵੀ ਹੱਥ ਲੱਗ ਗਿਆ ਤੇ ਉਹਦੇ ਬਸਤਰ ਬਦਲ ਦਿੰਦੇ ਸੀ। ਇੰਨੀ ਸੋਚੋਂ ਰੱਖਦੇ ਸੀ, ਸੋਚ ਹੋਵੇ ਤਾਂ ਸੱਚ ਪਾਈ ਹੈ। ਇੱਥੇ ਲੋਕ ਸੜਲ ਪੱਖੀ ਬਣੇ ਹੋਏ ਆ, ਗੋਡੇ ਫਸਾ ਫਸਾ ਬਹਿੰਦੇ ਆ ਵਿੱਚ। ਕੀ ਮਨ ਜਿੱਤ ਲੈਣਗੇ? ਬੜਾ ਔਖਾ ਹੈ। ਚਲੋ ਉਹ ਆਪਣੀ ਥਾਂ ਚੰਗੇ, ਸਾਨੂੰ ਇਹਨਾਂ ਗੱਲਾਂ ਤੱਕ ਕੋਈ ਨਹੀਂ। ਪਰ ਜਿਹੜਾ ਆ ਨਾਨਕ ਸਰਵ ਹੈ, ਇਹ ਅਸੀਂ ਸਾਡੇ ਭਾਈਆਂ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਬਈ ਜਿੱਥੇ ਜਿਵੇਂ ਇੱਥੇ ਮਰਜ਼ਾਦਾ ਉਵੇਂ ਰੱਖੀ ਜਾਵੇ। ਇਸ ਮਰਜ਼ਾਦਾ ਨੂੰ ਅਦਲੇ ਬਦਲੇ ਨਾ ਕੀਤਾ ਜਾਵੇ। ਬਸ ਸਾਡਾ ਮਸਲਾ ਇੰਨਾ ਹੀ ਹੈ। ਇੱਥੇ ਉਂਗਲ ਘੁਮਾ ਕੇ ਕਿਹਾ ਗਿਆ ਜਿਹੜੇ ਧੰਨ ਗੁਰੂ ਨਾਨਕ ਦੇ ਦੋਖੀ ਆ ਉਹਨਾਂ ਦਾ ਢਿੱਡ ਦੁਖੇ। ਉਹ ਗੁਰੂ ਨਾਨਕ ਦੀ ਰਜ਼ਾ ਦਿਖਾਉਣਾ ਦਿਖਾਵੇ, ਨਹੀਂ ਦਿਖਾਉਣਾ ਨਾ ਦਿਖਾਵੇ। ਜੇ ਉਹ ਦੋਖੀ ਆ ਕੋਈ ਇਹੋ ਜਿਹਾ, ਇਹਦਾ ਮਤਲਬ ਉਹਨੂੰ ਅਕਲ ਨਹੀਂ। ਪਰ ਗੁਰੂ ਨਾਨਕ ਦਾ ਦੋਖੀ ਕਿਹੜਾ ਹੋ ਸਕਦਾ ਹੈ? ਉਹ ਤਾਂ ਰੱਬ ਹੈ, ਮੌਕੇ ਦੇ ਅਵਤਾਰ ਹੈ। ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਅਤਾਰਨ ਕੋ ਗੁਰੂ ਨਾਨਕ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਅੱਜ ਜੇ ਰਾਜ ਕਲ ਯੁੱਗ ਦਾ ਹੈ, ਪਹਿਰਾ ਗੁਰੂ ਨਾਨਕ ਦਾ ਹੈ। ਤੇ ਇਹਨਾਂ ਨੂੰ ਜੇ ਅਸੀਂ ਯਾਦ ਕਰਾਂਗੇ, ਸਵਾਸ ਸਵਾਸ ਯਾਦ ਕਰਾਂਗੇ, ਤਾਂ ਸਾਡੇ ਬੇੜੇ ਪਾਰ ਹੋਣਗੇ। ਯਾਦ ਕਰਨ ਦਾ ਵੀ ਇੱਕ ਤਰੀਕਾ ਹੁੰਦਾ। ਇੱਕ ਪਿਓ ਹੈ, ਪਿਓ। ਜੇ ਪਿਓ ਦਾ ਸਿੱਧਾ ਹੀ ਨਾਂ ਲਈਏ, ਕਿਉਂ ਓਏ ਮੇਜਰਾ, ਓਏ ਮੇਜਰ, ਕੀ ਅਗਲਾ ਕਹੂਗਾ ਵੀ ਬੜਾ ਮੇਰਾ ਪੁੱਤ ਸਲਾਗਾ। ਜੇ ਕਹੂਗਾ ਮੇਜਰ ਜੀ, ਫਿਰ ਕੋ ਬੜੇ ਪਿਆਰ ਨਾਲ ਬੋਲਦਾ ਹੈ। ਬਸ ਇੰਨਾ ਕੀ ਫਰਕ ਹੈ, ਹੋਰ ਕੋਈ ਨਹੀਂ। ਪਰ ਇਹ ਤਾਂ ਰੱਬ ਹੈ, ਨਿਰੰਕਾਰ ਹੈ। ਇਹਨੂੰ ਕੋਈ ਸਰਦਾ ਭਾਵਨਾ ਨਾਲ ਜਿਹੜੀ ਦ੍ਰਿਸ਼ਟੀ ਨਾਲ ਮਰਜ਼ੀ ਬੁਲਾਉਣ, ਇਹ ਤਾਂ ਮਾਲਕ ਹੈ, ਮਾਲਕ ਨੇ। ਪਰ ਜਿੰਨੀ ਸਰਦਾ ਨਾਲ, ਜਿੰਨੇ ਪਿਆਰ ਨਾਲ ਅਸੀਂ ਜਪਾਂਗੇ, ਨਾਮ ਜਪਾਂਗੇ, ਬਾਣੀ ਪੜਾਂਗੇ, ਵਾਹਿਗੁਰੂ ਕਹਾਂਗੇ, ਸਤਨਾਮ ਕਹਾਂਗੇ, ਓਨੀ ਸਾਡੇ ਤੇ ਗੁਰੂ ਨਾਨਕ ਦੀ ਮਿਹਰ ਹੋਵੇਗੀ। ਬਾਬਾ ਜੀ ਕਹਿੰਦੇ ਸੀ ਮੇਰਾ ਗੁਰੂ ਨਾਨਕ ਸਾਹਮਣੇ ਸੱਚਖੰਡ 'ਚ ਬੈਠਾ ਹੈ। ਇਹ ਬਚਨ ਕਰਦੇ ਸੀ। ਦਰਗਾਹ ਦਾ ਇਹ ਜਿਹੜਾ ਨਕਸ਼ਾ ਹੈ, ਫੋਟੋ ਆਪਣੇ ਅੰਦਰ ਲਾ ਲਓ। ਅੰਦਰ ਕਿਤੇ ਵੀ ਬਾਹਰ ਅੰਦਰ ਹੋਵੋ, ਉੱਥੇ ਹੀ ਅਰਦਾਸ ਬੇਨਤੀ ਕਰ ਦਿਓ। ਜੇ ਕੋਈ ਔਕੜ ਆ ਜਾਵੇ, ਗੁਰੂ ਨਾਨਕ ਜੀ ਸਾਡੀ ਰੱਖਿਆ ਕਰਨਗੇ। ਉਹ ਤਾਂ ਸਦਾ ਲਈ ਸਾਡੇ ਨੇੜੇ ਹੈ। ਜੈ ਜੈ ਪੇਖੋ ਤਾਏ ਹਜੂਰ, ਦੂਰ ਕਥੂ ਨਾ ਜਾਈ। ਰੱਬ ਰਹਿਆ ਸਰਬੱਤਰ ਮੈਂ, ਮਨ ਸਦਾ ਧਿਆਈ। ਈਤ ਊਤ ਨਾ ਵਿਸੜੈ, ਸੋ ਸੰਗੀ ਗਣੀਆਂ। ਮਾਲਕ ਤੇ ਵਿਸੜਦਾ ਨਹੀਂ, ਮਾਲਕ ਨਹੀਂ ਵਿਸੜਦਾ।
ਇਸ ਲਈ ਗੁਰਮੁਖ ਪਿਆਰਿਓ, ਇਹ ਤਾਂ ਫਿਰ ਸਾਨੂੰ ਕਹਿਣਾ ਪੈਂਦਾ ਹੈ। ਅਸੀਂ ਇਸ ਘਰ ਰਹਿਣ ਵਾਲੇ ਆ, ਕੋਈ ਇਹ ਤਾਂ ਹੈ ਨਹੀਂ ਵੀ ਪਿੰਡੋਂ ਆ ਕੇ ਇੱਥੇ ਬੋਲਣ ਲੱਗ ਗਏ। 60 ਸਾਲ ਦੇ ਨੇੜ ਹੋਣ ਵਾਲੇ ਆ ਇੱਥੇ ਆਇਆਂ ਨੂੰ, 14 ਸਾਲ ਦੀ ਉਮਰ ਦੇ ਐਵੇਂ ਆ। ਜੇ ਬਾਹਰੋਂ ਆ ਕੇ ਬੰਦਾ ਸਾਨੂੰ ਇੱਥੇ ਬੋਲੇ, ਇੱਕ ਅੱਧੇ ਗਰੀ ਤਾਂ ਬਰਦਾਸ਼ਤ ਕਰ ਲਾਂਗੇ, ਦੂਜੀ ਗਰ ਮਾਰ ਮਾਰ ਚਪੇੜਾ ਮੂੰਹ ਭੰਨ ਦੂੰ, ਬੋਲ ਕੇ ਦਿਖਾਵੇ ਕੋਈ। ਨਾ ਬੋਲਣਾ, ਨਾ ਕਿਸੇ ਨੂੰ ਬੋਲਣ ਦੇਣਾ। ਜੇ ਬੋਲਾਂਗੇ ਤਾਂ ਉਹ ਬਚਨ ਬੋਲਾਂਗੇ ਜਿਹੜੇ ਮਰਜ਼ਾਦਾ 'ਚ ਹੋਵੇਗਾ, ਮਰਜ਼ਾਦਾ ਤੋਂ ਬਾਹਰ ਨਹੀਂ ਬੋਲਣਾ। ਮੈਂ ਢਿੱਡੋਂ ਦੋਖੀ ਨਹੀਂ ਕਿਸੇ ਦਾ ਨਾ, ਪਰ ਜੇ ਕੋਈ ਇਹ ਸਟੇਜ ਤੇ ਅਵਾ ਤਵਾ ਬੋਲੇਗਾ, ਉਹ ਬਰਦਾਸ਼ਤ ਨਹੀਂ ਹੋਣਾ। ਨਾ ਭਾਈ, ਇਹ ਗੱਲ ਸਹੀ ਕਹੀ ਹੈ ਇੱਕ ਭਾਈ ਨੇ। ਆ ਹੁਣ ਮੇਰੇ ਤੋਂ ਪਹਿਲਾਂ ਭਾਈ ਗੁਰਜੀਤ ਸਿੰਘ ਜਿਹੜੇ ਹੁਕਮਨਾਮਾ ਲੈਂਦੇ ਆ, ਭਾਈ ਲੱਖਾ ਸਿੰਘ ਤੇ ਦਾਸ, ਸਾਡੇ ਵੱਲੋਂ ਅਸੀਂ ਜੇ ਕੋਈ ਆ ਬੀੜੀਆਂ ਬੂੜੀਆਂ ਦੇ ਵਿੱਚ ਵੱਧ ਘੱਟ ਗੱਲਾਂ ਆਉਂਦੀਆਂ ਸੀ, ਉਹਨਾਂ ਦੇ ਜ਼ਿੰਮੇਦਾਰ ਨਹੀਂ। ਉਹ ਜਿਨ੍ਹਾਂ ਨੇ ਕਿਸੇ ਨੇ ਕਹੀਆਂ ਉਹੀ ਜ਼ਿੰਮੇਦਾਰ ਹੈ ਭਾਈ, ਅਸੀਂ ਨਹੀਂ ਹਾਂ ਇਹਨਾਂ ਚੀਜ਼ਾਂ ਦੇ ਜ਼ਿੰਮੇਦਾਰ। ਅਸੀਂ ਆ ਕਰਨਾਲ ਜਾ ਕੇ ਆਏ ਆ ਪਿੱਛੇ ਜੇ, ਸਾਡੇ ਕੋਲ ਵੀ ਕਈਆਂ ਨੇ ਗੱਲਾਂ ਕੀਤੀਆਂ, ਸਾਨੂੰ ਉੱਥੋਂ ਉੱਠ ਕੇ ਪਾਸੇ ਹੋਣਾ ਪਿਆ। ਸੰਤ ਡਮੇਲੀ ਵਾਲਿਆਂ ਦਾ ਫੋਨ ਆਇਆ, ਜਮਨਾ ਨਗਰ ਵਾਲਿਆਂ ਦਾ ਆਇਆ, ਕਰਨਾਲ ਵਾਲਿਆਂ ਦਾ ਆਇਆ, ਪਟਿਆਲੇ ਵਾਲਿਆਂ ਦਾ ਆਇਆ। ਕਿਉਂ ਆਇਆ? ਐਸ ਸਟੇਜ ਤੇ ਡਿਊਟੀ ਕਰਦੇ ਕਰਕੇ ਆਇਆ। ਬਈ ਉੱਥੇ ਭਾਈ ਡਿਊਟੀ ਕਰਦੇ ਆ, ਆਹ ਗੱਲਾਂ ਕਾਹਤੋਂ ਆਉਂਦੀਆਂ ਨਾ। ਚਲੋ ਜੋ ਹੋ ਗਿਆ ਸੀ, ਗਾਹਾਂ ਨੂੰ ਸੰਕੋਚ ਕਰੀਏ। ਸਾਨੂੰ ਸੋਚਣਾ ਚਾਹੀਦਾ, ਇਹ ਬੰਦਾ ਇਨਸਾਨ ਗਲਤੀਆਂ ਦਾ ਪੂਤਲੇ ਤੋਂ ਹੋ ਜਾਂਦੀਆਂ, ਸਭ ਤੋਂ ਹੁੰਦੀਆਂ, ਪਰ ਅਸੀਂ ਸੰਕੋਚ ਕਰੀਏ। ਰੋਜ਼ ਅਸੀਂ ਅਰਦਾਸ ਕਰਦੇ ਆ, ਬਾਬਾ ਜੀ ਸਾਡੇ ਤੇ ਕਿਰਪਾ ਰੱਖੋ, ਸਾਡੀਆਂ ਗਲਤੀਆਂ ਨੂੰ ਮਾਫ ਕਰੋ। ਪਰ ਨਾ, ਸਾਨੂੰ ਇੱਥੇ ਕਿਹਾ ਗਿਆ 74ਵਾਂ ਸਾਲ ਲੱਗਿਆ ਹੋਇਆ। ਕੀ ਕਿਹਾ ਗਿਆ? 2.5 ਸਾਹ ਲੈਣੇ ਆ ਤਾਂ ਲੈ ਲਓ। ਮੇਰੇ 2.5 ਸਾਹ ਪਰਖੇ ਗਏ। ਉਹ ਮੈਂ ਤਾਂ ਜਿੰਨੇ ਕੁ ਮੇਰੇ ਮਨ ਦਾ ਫੁਰਨਾ ਸੀ ਮੈਂ ਪੂਰਾ ਕਰ ਲਿਆ। ਮੈਨੂੰ ਸਾਹਾਂ ਸੂਹਾਂ ਦੀ ਕੋਈ ਲੋੜ ਨਹੀਂ, ਰੱਬ ਦੀ ਰਜ਼ਾ ਜੋ ਮਰਜ਼ੀ ਲੈ ਜਾਣ। ਇਹ ਤਾਂ ਨੱਥ ਖਸਮ ਹੱਥ ਹੈ। ਜਿੰਨਾ ਚਿਰ ਟਾਈਮ ਸਾਤੋਂ ਹ ਲੈਂਦੇ ਆ, ਇਹ ਡਾਂਗ ਨਾਲ ਲੈਂਦੇ ਆ, ਡਾਂਗ ਨਾਲ ਆਪਣੀ ਡਿਊਟੀ। ਆ 6 ਅਕਤੂਬਰ ਨੂੰ ਅਸੀਂ ਭੋਗ ਪਏ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ, ਉਹਨਾਂ ਦੇ ਵਰਸੀ ਦੇ। ਤੇ ਰਾਤ ਨੂੰ ਮੁੰਡਿਆਂ ਨੂੰ ਕਿਹਾ, ਮੈਂ ਕਿਹਾ ਵੀ ਆਪਾਂ ਨੂੰ ਦਿੱਲੀ ਜਾਣਾ ਪੈਣਾ। ਉੱਥੇ ਆਪਣੇ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਇੱਕ ਗੁਰਦੁਆਰਾ ਨਾਨਕਸਰ ਗੁਲਾਬੀ ਬਾਗ, ਉਹਦਾ ਵੀ ਤੁਹਾਨੂੰ ਇਹ ਬਚਨ ਦੱਸੀਏ। 4.5 ਏਕੜ ਜਗ੍ਹਾ ਉਹ ਵਿਚਾਲੇ ਦਿੱਲੀ ਦੇ। ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਉੱਥੇ ਗਏ ਤੇ ਬਾਬਾ ਜੀ ਨੂੰ ਬੇਨਤੀ ਕਰਕੇ ਉਹ ਸਰਦਾਰ ਨੇ ਉੱਥੇ ਦੀਵਾਨ ਲਾਇਆ। ਉੱਥੇ ਕੁਛ 2-2.5 ਵਿਸਵੇ ਥਾਂ ਹੀ ਪੱਧਰ ਸੀ, ਬਾਕੀ ਕੋਈ 5 ਫੁੱਟ 6 ਫੁੱਟ 4 ਫੁੱਟ ਐ ਉੱਚੀ ਨੀਵੀਂ ਜਗ੍ਹਾ ਸੀ ਤੇ ਬੂਟੇ ਬਾਟੇ ਸੀਗੇ ਤੇ 4 ਛਪੇਰੇ ਉਹਦੇ ਕੰਧ ਸੀ, 4 ਗੇਟ ਸੀ। ਤੇ ਸਾਡੇ ਬਾਬਾ ਕੇਰ ਸਿੰਘ ਹੋਣੀ ਤੇ 15-20 ਰਾਗੀਆਂ ਦਾ ਜੱਥਾ ਤੇ ਬਾਬਾ ਈਸਰ ਸਿੰਘ ਜੀ ਮਹਾਰਾਜ ਤੇ ਉਹ ਜਗ੍ਹਾ ਦੇ ਉੱਤੇ ਬਾਬਾ ਜੀਆਂ ਨੇ ਰਾਗੀਆਂ ਨੇ ਕੀਰਤਨ ਕੀਤਾ। ਬਾਬਾ ਈਸਰ ਸਿੰਘ ਜੀ ਮਹਾਰਾਜ ਨੇ ਬਚਨ ਕੀਤੇ ਤੇ ਉਹ ਉੱਠ ਕੇ ਸਰਦਾਰ ਖੜਾ ਹੋ ਗਿਆ। ਕਹਿੰਦਾ, ਬਾਬਾ ਜੀ ਮੇਰੀ ਬੇਨਤੀ ਹੈ। ਬਾਬੇ ਕਹਿੰਦੇ, ਦੱਸ ਭਾਈ ਕੀ ਹੈ? ਬਾਬਾ ਜੀ ਜ਼ਿੰਦਗੀ ਦਾ ਕੀ ਪਤਾ, ਮੇਰੇ ਕੋਲੇ ਕਈ ਬਾਗ ਹੈ ਇਹ ਜੇ, ਮੈਂ ਕਿਹੜਾ ਨਾਲ ਲੈ ਜਾਣੇ ਆ, ਇੱਥੇ ਹੀ ਰਹਿ ਜਾਣੇ ਆ। ਕਿਰਪਾ ਕਰੋ ਇੱਥੇ ਤੁਸੀਂ ਨਾਨਸਰ ਬਣਾ ਲਿਓ। ਇਹ ਜਗ੍ਹਾ ਮੈਂ ਆਪ ਜੀ ਨੂੰ ਛੱਡਣੀ ਚਾਹੁੰਦਾ। ਦਿੱਲੀ ਦੇ ਵਿਚਾਲੇ
ਤੇ ਬਾਬਾ ਜੀ ਕਹਿੰਦੇ ਭਾਈ ਇਹ ਸੱਪਾਂ ਦਾ ਘਰ ਵਾ, ਅਸੀਂ ਕੀ ਕਰਨੀ ਹੈ, ਸਾਂਭੂ ਕੌਣ ਇਹਨੂੰ। ਤੇ ਬਾਬਾ ਜੀ ਆਪਣਾ ਇੱਧਰ ਬੰਗਾਲ ਵਿੱਚ ਅੰਮ੍ਰਿਤ ਛਕਾ ਕੇ ਆਏ ਸੀ। ਬਾਬਾ ਨਰਾਇਣ ਸਿੰਘ ਜੀ ਮਹਾਰਾਜ, ਬਾਬਾ ਗੇਜਾ ਸਿੰਘ ਵੀ ਨਾਲ ਸੀ, ਸ਼ਾਇਦ ਗੁਰਦੇਵ ਸੋਹਣੀ ਸਮਾਧ ਵਾਲੇ ਵੀ ਸੀ ਨਾਲ, ਮਹਾਂਪੁਰਸ਼ ਹੋਰ ਵੀ ਸੀ 2-3 ਜਾਣੇ। ਇੱਕ ਸ਼ਾਇਦ ਸਰਜੀਤ ਸਿੰਘ ਸੀਗਾ ਇੱਥੋਂ ਫੇਰੂ ਰਾਈ ਤੋਂ ਪਾਠੀ, ਇੱਕ ਗੁਰਦਿਆਲ ਸਿੰਘ ਅਚਰ ਵਾਲੀਆ। ਤੇ ਜਦੋਂ ਉਹ ਉੱਥੇ ਅਮਰ ਸਿੰਘ ਉਹਦਾ ਨਾਂ ਸੀ, ਉਹ ਉੱਥੋਂ ਆ ਗਿਆ ਨਾਲ। ਤੇ ਬਾਬਾ ਜੀ ਨੂੰ ਕਿਸੇ ਨੇ ਕਹਿਤਾ ਬਈ ਜੀ ਬਾਬਾ ਜੀ ਇਹਨੂੰ ਛੱਡ ਦਿਓ। ਬਾਬਾ ਜੀ ਕਹਿੰਦੇ ਹਾਂ ਬਈ, ਉਹ ਹਿੰਦੀ ਬੋਲਦਾ ਸੀ, ਕੈਸੇ ਹੈ ਰਹੇਗਾ, ਕਹਿੰਦਾ ਜੀ ਤੁਹਾਡਾ ਆਪਕਾ ਹੁਕਮ ਹੈ ਤਾਂ ਰਹਿ ਪਾਊਂਗਾ। ਉਹਨੂੰ ਉੱਥੇ ਛੱਡਦਾ। ਦੇਖੋ ਉਦੋਂ ਤੋਂ ਲੈ ਕੇ ਸਨ 1959 ਤੋਂ 87 ਤੱਕ ਉਹ ਬੰਦਾ ਉੱਥੇ ਰਿਹਾ। ਗੁਰਦੁਆਰੇ ਦੀਆਂ ਵੀ ਨਿਵਾਂ ਭਰਤੀਆਂ ਬਹੁਤ ਸੋਹਣੀਆਂ। ਤੇ ਉਦੋਂ ਬਾਅਦ ਫਿਰ ਉਸਨੇ ਬੜੇ ਬੰਦੇ ਉੱਥੇ ਗਏ, ਕਈਆਂ ਨੇ ਕਬਜ਼ਿਆਂ ਦੀ ਕੋਸ਼ਿਸ਼ ਕੀਤੀ, ਉਹਨੇ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ। ਮਗਰੋਂ ਉਹ ਧੰਨ ਧੰਨ ਬਾਬਾ ਨਰਾਇਣ ਸਿੰਘ ਜੀ ਮਹਾਰਾਜ ਕੋਲੇ ਉਹਨੇ 5-6 ਸਿੰਘ ਭੇਜੇ, ਬਾਬਾ ਜੀ ਇਹ ਤੁਹਾਡੀ ਜਗ੍ਹਾ ਹੈ, ਮੈਨੂੰ ਬਾਬਾ ਈਸਰ ਸਿੰਘ ਜੀ ਵੱਲੋਂ ਸਹਾਰਾ ਹੋਇਆ, ਇਹ ਤੁਸੀਂ ਆਪਣੀ ਜਗ੍ਹਾ ਨੂੰ ਸਾਂਭੋ। ਫਿਰ ਅਸੀਂ ਉੱਥੇ ਆਪਦੇ 5-6 ਬੰਦੇ ਛੱਡ ਕੇ ਆਏ। ਤੇ ਅੱਜ ਉੱਥੇ 5 ਮੰਜ਼ਲਾ ਗੁਰਦੁਆਰਾ ਬਣਿਆ ਵਾ, 40 ਕਮਰੇ ਬਣੇ ਵੇ ਹੈ, ਬਹੁਤ ਸੋਹਣਾ ਲੰਗਰ ਬਣਿਆ ਵਾ, ਤੇ ਕਾਫੀ ਉੱਥੇ ਸੰਗਤ ਆਉਂਦੀ ਹੈ। ਗੁਰਦੁਆਰਾ ਨਾਨਸਰ ਗੁਲਾਬੀ ਬਾਗ, ਅਸੀਂ ਉੱਥੇ ਜਾਣਾ ਸੀ। ਉੱਥੇ ਹੁਣ 2 ਪਾਠ ਸੰਪਟ ਖੰਡ ਪਾਠ ਤੁਕ ਵਾਲੇ ਉੱਥੇ ਪ੍ਰਾਰੰਭ ਹੈ। ਤੇ ਜਿਨ੍ਹਾਂ ਦਾ 28 ਤਰੀਕ ਨੂੰ 28 ਅਕਤੂਬਰ ਨੂੰ ਭੋਗ ਪੈਣੇ ਹੈ, ਤੇ 29 ਨੂੰ ਖੰਡ ਪਾਠਾਂ ਦੇ ਭੋਗ ਪੈਣੇ ਆ। ਤੇ ਫਿਰ ਉੱਥੇ ਦਾਲੇ ਗੁਰਦੁਆਰੇ ਦੇ ਨਗਰ ਕੀਰਤਨ ਹੈ। ਤੇ ਅਸੀਂ ਤਾਂ ਰਾਤ ਨੂੰ 6 ਤਰੀਕ ਨੂੰ ਹੀ 12 ਵਜੇ ਤੋਂ ਗਏ, 7 ਵਜੇ ਨੂੰ ਉੱਥੇ ਪਹੁੰਚ ਗਏ। ਦਿਨ ਰਾਤ ਅਸੀਂ ਕਾਹਦੋਂ ਭੱਜੇ ਫਿਰਦੇ ਆ, ਮੌਜ ਨਾਲ ਬੈਠੀਏ, ਤੜਕੇ ਖਾਈਏ, ਐਵੇਂ ਨਹੀਂ ਭੱਜਦੇ। ਸਾਡਾ ਮਾਲਕ ਭਜਾਉਂਦਾ ਹੈ, ਬਾਬਾ ਨਰਾਇਣ ਸਿੰਘ ਜੀ ਭਜਾਉਂਦੇ ਆ। ਉਹ ਕਹਿੰਦੇ ਆ ਬੱਚੂ ਬਹਿਣਾ ਨਹੀਂ, ਜਿੰਨਾ ਚਿਰ ਸਵਾਦ ਚੱਲਦੇ ਆ ਉਹਨਾਂ ਚਿਰ ਕੰਮ ਕਰਨਾ। ਕੰਮ ਕਿਹਦਾ, ਆਪਣੇ ਮਾਲਕ ਦਾ, ਇਸ ਘਰ ਦਾ ਕੰਮ ਹੈ। ਤੇ ਇਸ ਲਈ ਗੁਰਮੁਖ ਪਿਆਰੇ ਵਿਚਾਰ ਹੈ, ਬਾਬਾ ਜੀ ਨੇ ਸਾਡੀਆਂ ਤੇ ਡਿਊਟੀਆਂ ਲਾਈਆਂ। ਅਸੀਂ ਐਵੇਂ ਨਹੀਂ ਵਿਚਾਰ ਦਿੰਦੇ, ਘੰਟਾ ਬੋਲਦੇ ਆ ਇੱਥੇ ਤਾਂ ਬੋਲਦੇ ਆ। ਤੇ ਜੇ ਸਾਡੇ ਅਸੀਂ ਕਿਸੇ ਦੇ ਦੋਖੀ ਨਹੀਂ ਹਾਂ, ਪਰ ਅਸੀਂ ਚਾਹੁੰਦੇ ਹਾਂ ਇੱਥੋਂ ਦੀ ਮਰਜ਼ਾਦਾ ਇੱਥੇ ਰਹੇ, ਹੋਰ ਜਿੱਥੇ ਮਰਜ਼ਾਦਾ ਜਿਵੇਂ ਚੱਲਦੀ ਆ ਉੱਥੇ ਰਹੇ। ਸਾਡਾ ਤਾਂ ਇੰਨਾ ਹੀ ਮਸਲਾ, ਹੋਰ ਤਾਂ ਕੋਈ ਗੱਲ ਹੀ ਨਹੀਂ ਹੈ। ਤੇ ਪਰ ਅਸੀਂ ਹੱਦਾਂ ਟੱਪ ਜਾਂਦੇ ਆ, ਬੋਲਣ ਵੇਲੇ ਸੰਕੋਚ ਹੀ ਨਹੀਂ ਕਰਦੇ। ਪਤਾ ਨਹੀਂ ਉਹਨੂੰ ਵਿਚਾਰੇ ਨੂੰ ਸੁੱਤੇ ਪਏ ਨੂੰ ਉਠਾ ਕੇ ਕੀ ਕੁਛ ਬੋਲਤਾ, ਹੁਣ ਕਹਿਤਾ ਹੋਊ ਤੇਰੀ ਖਾਤਰ ਆਏ ਬੋਲਿਆ। ਮੈਂ ਕੀ ਬੋਲਿਆ ਉਹਦੇ ਦੱਸੋਗਾ, ਕੁਛ ਨਹੀਂ ਬੋਲੇ। ਆਹੀ ਬਚਨ ਕਿਹਾ ਸੀ ਵੀ ਇੱਥੋਂ ਦੀ ਮਰਜ਼ਾਦਾ ਇੱਥੇ ਰਹਿਣ ਦਿਓ, ਜੇ ਉਹ ਦੂਜੇ ਥਾਂ ਦੀ ਦੂਜੇ ਥਾਂ ਰੱਖ ਲਓ। ਤੇ ਇੰਨਾ ਕੁਛ ਬੋਲਣਾ, ਹੱਥ ਘੁਮਾਉਣਾ ਸੀ ਤਾਂ ਉੱਥੇ ਉਦੋਂ ਵੰਡਣ ਦਾ, ਦਰਗਾਹੀ ਪ੍ਰਸਾਦ ਵੰਡਣ ਦਾ ਸਮਾਂ, ਤੇ ਦਰਗਾਹੀ ਪ੍ਰਸਾਦ ਆ ਵੰਡਿਆ ਗਿਆ। ਤੇ ਕੀ ਫਿਰ ਉਹ ਤੇ ਗੁਰੂ ਨਾਨਕ ਦੀ ਖੁਸ਼ੀ ਹੋਈ? ਖੁਸ਼ੀ ਨਹੀਂ ਹੋਈ। ਇਸ ਲਈ ਆਪਾਂ ਤਾਂ ਖੁਸ਼ੀਆਂ ਲੈਣੀਆਂ, ਇੱਥੇ ਅਸੀਂ ਖੁਸ਼ੀਆਂ ਲੈਣ ਆਉਂਦੇ ਹਾਂ। ਇੰਨੇ ਕੁ ਬਚਨ ਮੈਨੂੰ ਕਿਉਂ ਕਹਿਣੇ ਪਏ, ਮੈਂ ਕਹਿਣੇ ਨਹੀਂ ਸੀ, ਮੇਰਾ ਮਨ ਨਹੀਂ ਸੀ ਕਰਦਾ। ਮੈਨੂੰ ਕਈ ਬੰਦਿਆਂ ਨੇ ਕਿਹਾ ਬਾਬਾ ਜੀ ਜਿਹੜੇ ਬਚਨ ਉਹਨਾਂ ਨੇ ਕਹੇ ਉਹਦਾ ਜਵਾਬ ਜ਼ਰੂਰ ਦਿਓ ਤੁਸੀਂ, ਬਈ ਕੱਲ੍ਹ ਨੂੰ ਕਹਿਣਗੇ ਅਗਲੇ ਪਤਾ ਨਹੀਂ ਝੂਠੇ ਹੀ ਹੈ ਇਹ। ਤੇ ਪਰ ਅਸੀਂ, ਸਾਡਾ ਕੀ ਘਟਣ ਲੱਗਿਆ ਜੇ ਕੋਈ ਸਾਨੂੰ ਕਹਿ ਦਿੰਦਾ ਨਾ, ਕਿਸੇ ਨੂੰ ਕੁਛ ਨਾ ਕਹੋ, ਹਮ ਨਹੀਂ ਚੰਗੇ ਬੁਰਾ ਨਾ ਦੀਸੈ ਕੋਈ। ਸਾਨੂੰ ਭਾਈ ਗੁਰਜੀਤ ਸਿੰਘ ਨੇ, ਜਿੱਦਾਂ ਭਾਈ ਸੁੱਖਾ ਸਿੰਘ ਦਾ, ਸੁਖਦੇਵ ਸਿੰਘ ਦਾ ਐਕਸੀਡੈਂਟ ਹੋਇਆ, ਸਾਨੂੰ ਉਹਨੇ ਸੱਚਖੰਡ 'ਚ ਪੁੱਛਿਆ, ਅਸੀਂ ਉਹਨੂੰ ਕਿਹਾ ਵੀ ਮਾੜਾ ਹੋਇਆ, ਚੰਗਾ ਨਹੀਂ ਹੋਇਆ। ਤੇ ਉਹ ਕਹਿੰਦਾ ਬਾਬਾ ਜੀ ਉਹਨਾਂ ਨੇ ਕਿਹਾ ਵੀ ਅਸੀਂ ਮਾਫੀ ਮੰਗਦੇ ਹਾਂ। ਮੈਂ ਕਿਹਾ ਨਾ ਬਈ, ਗੁਰੂ ਸਾਹਿਬ ਹੈ, ਅਸੀਂ ਤਾਂ ਗੁਰਜੀਤ ਸਿੰਘ, ਸਾਡੇ ਮਨ 'ਚ ਤਾਂ ਸੂਈ ਦੇ ਨੱਕੇ ਜਿੰਨਾ ਕੋਈ
ਇਹੋ ਜਿਹਾ ਵਚਨ ਨਹੀਂ ਹੈ ਤਾਂ ਸਾਰੀ ਦਿਹਾੜੀ ਆਪਾਂ ਤੁਰੇ ਫਿਰਦੇ ਹਾਂ ਗੱਡੀਆਂ ਮੋਟਰਾਂ 'ਤੇ। ਇਹ ਰੱਬ ਦੀ ਰਜ਼ਾ ਦਾ ਕੀ ਪਤਾ ਹੁੰਦਾ, ਪਰ ਨਹੀਂ, ਹਰ ਬੰਦੇ ਨੂੰ ਹੀ ਸਮਝ ਸੋਚ ਕੇ ਚੱਲਣਾ ਚਾਹੀਦਾ, ਇੱਕ ਦੂਜੇ ਨੂੰ ਆਪਣਾ ਸਮਝਣਾ ਚਾਹੀਦਾ। ਅਸੀਂ ਸੁਖਦੇਵ ਸੋਹਣੀ ਇੱਥੇ ਹੀ ਰਹੇ ਆ, ਉਹ ਬੜੀ ਛੋਟੀ ਜਿਹੀ ਉਮਰ ਦੇ ਆਏ ਵੀ ਸੀ ਬਾਬਾ ਕੁੰਦਰ ਸਿੰਘ ਜੀ ਕੋਲ। ਇੱਥੇ ਪਹਿਲਾਂ ਸੇਵਾ ਕੀਤੀ ਆ ਉਹਨਾਂ ਨੇ, ਤੇ ਮੰਦਰੀ ਡਿਊਟੀ ਲੱਗ ਗਈ। ਮੰਦਰਾਂ ਤੋਂ ਬਾਬਾ ਜੀ ਤੋਂ ਚੋਲਾ ਬਦਲ ਤੋਂ ਬਾਅਦ ਹੁਣ ਉਹਨਾਂ ਦੀ ਉੱਥੇ ਪੁੱਛੋ ਲੱਗ ਗਈ। ਪਰ ਸਾਨੂੰ ਕੋਈ ਇਤਰਾਜ਼ ਨਹੀਂ, ਜਿੱਥੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਜਾਂਦੇ ਹੋਣ, ਜਿਹੜੀ ਪੁੱਛੋ ਜਗ੍ਹਾ ਹੈ ਡੇਰਾ ਰੂਮੀ, ਉੱਥੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਗਏ ਆ। ਜਿੱਥੇ ਸਾਡੇ ਮਾਲਕ ਗਏ ਆ, ਕਿ ਅਸੀਂ ਉਹ ਜਗ੍ਹਾ ਨੂੰ ਮਾੜੀ ਕਹਾਂਗੇ? ਨਾ ਨਾ ਨਾ, ਬੰਦੇ ਤਾਂ ਮਾੜੇ ਹੋ ਸਕਦੇ ਆ, ਅਸਥਾਨ ਨਹੀਂ ਮਹਾਂਪੁਰਸ਼ਾਂ ਦਾ ਕੋਈ ਵੀ ਮਾੜਾ ਹੋ ਸਕਦਾ। ਨਹੀਂ, ਸਥਾਨ ਤਾਂ ਤਪੱਸਵੀ, ਉੱਥੇ ਇੱਕ ਇਹੋ ਜਿਹਾ ਕਮਰਾ ਹੈ ਜਿੱਥੇ ਕਹਿੰਦੇ ਵੀ ਜੇ ਦੀਵਾ ਜਗਾ ਦਿਓ ਤਾਂ ਦੀਵਾ ਬੁੱਝ ਜਾਂਦਾ। ਤੇ ਹੁਣ ਉੱਥੇ ਵੀ ਮੈਂ ਸੁਣਿਆ, ਪਤਾ ਨਹੀਂ ਸਹੀ ਗੱਲ ਹੈ ਕਿ ਨਹੀਂ, ਗੋਲਕ ਰੱਖੀ ਵੀ ਆ, ਉੱਥੇ ਚਾਨਣ ਵੀ ਬਾਲੋ ਵੀ ਲੱਗ ਗਿਆ, ਤੇ ਪਹਿਲਾਂ ਨਹੀਂ ਸੀ। ਤੇ ਇਹ ਤਾਂ ਆਪਦੀ ਮਰਜ਼ੀ ਆ, ਆਪਣੇ ਆਪਣੇ ਸਥਾਨ ਤੇ ਕਿੱਥੇ ਕੋਈ ਕੁਛ ਕਰੇ, ਪਰ ਆਹ ਸਥਾਨ ਹੈ ਕੁਛ ਵੀ ਨਹੀਂ ਕਰ ਸਕਦੇ। ਸਾਡੇ ਮਾਲਕ ਦਾ ਡੰਡਾ ਹੈ ਸਿਰ ਤੇ, ਜੇ ਇੱਥੇ ਵਾਧੂ ਘਾਟੂ ਕਰਾਂਗੇ ਤਾਂ ਦੇਣਦਾਰ ਹੋਵਾਂਗੇ। ਏਡਾ ਵੱਡਾ ਸਥਾਨ ਹੈ ਬਾਬਾ ਜੀ ਦਾ। ਇਸ ਤਰ੍ਹਾਂ ਗੁਰਮੁਖ ਪਿਆਰਿਓ, ਇੱਥੇ ਬਾਬਾ ਜੀ ਨੇ ਪੁੰਨਿਆ ਬਖਸ਼ੀ ਆ ਤੁਹਾਨੂੰ, ਇਸ ਪੁੰਨਿਆ ਤੇ ਵੱਧ ਚੜ ਕੇ ਆਇਆ ਕਰੋ। ਇੱਕ ਸਾਡੇ ਰਾਗੀ ਸਿੰਘ ਬੋਲਦਾ ਸੀ, ਪਤਾ ਨਹੀਂ ਕਿਹੜਾ ਸੀ, ਅਸੀਂ ਸੁਣਦੇ ਸੀ, ਉਹਨੇ ਬੜੇ ਸੋਹਣਾ ਬਚਨ ਕਿਹਾ ਕਿ ਜਦੋਂ ਅਰਦਾਸ ਹੁੰਦੀ ਹੈ ਉਦੋਂ ਕਈ ਬੰਦੇ ਚਲੇ ਜਾਂਦੇ ਆ ਗੱਡੀਆਂ ਲੈ ਕੇ, ਨਾ ਬਈ ਗੁਰਮੁਖੋ, ਬਾਬਾ ਜੀ ਕਹਿੰਦੇ ਸੀ ਸਾਰੀ ਰਾਤ ਇੱਥੇ ਬੈਠਣ ਦੇ ਨਾਲ ਇਹ ਦਰਗਾਹ ਦੇ ਵਿੱਚ ਹਾਜ਼ਰੀ ਲੱਗਦੀ ਹੈ। ਪੂਰਨਮਾਸੀ ਦੀ ਜਿਹੜੀ ਰਾਤ ਹੈ ਨਾ, ਇਹ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਬਚਨ ਹੈ। ਅਸੀਂ ਦੀਵਾਨ 'ਚ ਬਹਿ ਕੇ ਇੱਥੇ ਹਾਜ਼ਰੀ ਭਰਾਂਗੇ, ਇਹ ਪੂਰਨਮਾਸੀ ਦੀ ਮਹੀਨਾ ਭਰ ਦਾ ਉਹਨੂੰ ਫਲ ਮਿਲਦਾ। ਇਹ ਬਾਬਾ ਜੀ ਦਾ ਬਚਨ ਸੀ, ਇਹ ਆਪਾਂ ਜ਼ਰੂਰ ਲਾਹਾ ਕੱਟਣਾ। ਇਹ ਨਾ ਹੋਵੇ ਮਾਲਕ ਨੇ ਗੱਡੀਆਂ ਦਿੱਤੀਆਂ ਤਾਂ 2-3 ਘੰਟੇ ਠਹਿਰ ਕੇ ਵੀ ਜਾ ਸਕਦੇ ਆ। ਤੇ ਆਨੰਦ ਮਾਣਿਆ ਕਰੋ, ਕੀਰਤਨ ਸੁਣਿਆ ਕਰੋ, ਚੰਗੇ ਵਿਚਾਰ ਸੁਣਿਆ ਕਰੋ, ਅੰਮ੍ਰਿਤ ਜ਼ਰੂਰ ਛਕੋ, ਗੁਰੂ ਵਾਲੇ ਬਣੋ। ਇਹ ਅੰਮ੍ਰਿਤ ਸਾਡੇ ਲਈ ਜ਼ਰੂਰੀ ਹੈ। ਬਾਬਾ ਜੀ ਕਹਿੰਦੇ ਸੀ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਨਾਮ ਜਪੋ ਹਰ ਰੰਗ, ਨਾਮ ਜਪਣ ਕੋ ਜੇਬਾ ਦਿੱਤੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਵੇ, ਹੱਥ ਨਾ ਆਵੇ ਲੱਖੀ। ਇਹ ਲੱਖਾਂ ਰੁਪਈਆਂ ਨਾਲ ਹੱਥ ਨਹੀਂ ਆਉਂਦੇ, ਆਉਂਦੇ ਕਿਵੇਂ ਆ ਵੀ ਜਾਂਦੇ ਆ। ਬਾਬਾ ਜੀ ਬਚਨ ਕਰਦੇ ਸੀ ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜਾ, ਦੂਜਾ ਸਹਿਬ ਆਵੇ ਚਿੱਤ। ਨਾਲੇ ਤਾਂ ਆਰਜਾ ਵੱਧਦੀ ਹੈ, ਨਾਲੇ ਸਹਿਬ ਚਿੱਤ ਆਉਂਦਾ ਹੈ ਅੰਮ੍ਰਿਤ ਵੇਲੇ ਜਾਗਣ ਦੇ ਨਾਲ। ਅਸੀਂ ਅੰਮ੍ਰਿਤ ਵੇਲੇ ਜ਼ਰੂਰ ਜਾਗਣਾ ਹੈ। ਸਾਡੇ ਨੌਜਵਾਨ ਬੱਚੇ ਬੱਚੀਆਂ ਅੱਜ ਕੱਲ੍ਹ ਮਾਪਿਆਂ ਤੋਂ ਦੂਰ ਜਾਂਦੇ ਹੈ। ਨਾ ਬਈ ਜਵਾਨੋ, ਮਾਪਿਆਂ ਨੂੰ ਕਦੇ ਬੁਰਾ ਬਚਨ ਨਹੀਂ ਕਹਿਣਾ, ਮਾਪਿਆਂ ਦਾ ਸਤਿਕਾਰ ਕਰਨਾ ਹੈ। ਜਿੰਨਾ ਮਾਪਿਆਂ ਦਾ ਸਤਿਕਾਰ ਕਰੋਗੇ ਓਨੀ ਤੁਹਾਡੇ ਤੇ ਗੁਰੂ ਨਾਨਕ ਦੀ ਮਿਹਰ ਹੋਵੇਗੀ। ਬਾਬਾ ਜੀ ਬਾਣੀ ਅੰਦਰ ਵੀ ਕਿਰਪਾ ਕਰਦੇ ਸੀ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ ਹੈ। ਤੇ ਇਸ ਤਰ੍ਹਾਂ ਬਾਬਾ ਜੀ ਦਾ ਇਹ ਬਚਨ ਸੀ। ਆ ਹੁਣ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ, ਜਿਵੇਂ ਚੌਥੇ ਪਾਤਸ਼ਾਹ ਦਾ ਗੁਰੂ ਰਾਮਦਾਸ ਜੀ ਦਾ ਤੇ ਆਗਮਨ ਪੁਰਬ ਆ ਰਿਹਾ ਕੱਲ੍ਹ ਨੂੰ, ਤੇ ਇਸੇ ਤਰ੍ਹਾਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਉਹਨਾਂ ਦਾ ਵੀ ਆਗਮਨ ਪੁਰਬ ਹੈ। ਇੱਥੇ ਆਪਣੇ ਸ਼ੇਰਪੁਰੇ ਵੀ ਮਨਾਇਆ ਜਾਂਦਾ ਹੈ। ਬਾਬਾ ਜੀ ਦੇ ਨਗਰ
ਤੇ ਲੁਧਿਆਣੇ ਵੀ ਮਨਾਇਆ ਜਾਂਦਾ ਹੈ ਤੇ ਆਪਣੇ ਅਸੀਂ ਉੱਥੇ ਦਿੱਲੀ ਮਨਾਉਂਦੇ ਆ, ਕਿਉਂ ਦਿੱਲੀ ਤੋਂ ਸੰਗਤਾਂ ਨੂੰ ਆਉਣਾ ਔਖਾ ਹੈ। ਉੱਥੇ ਗੁਰਦੁਆਰਾ ਬਣਿਆ, ਉੱਥੇ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ, ਤੁਕ ਤੁਕ ਵਾਲੇ ਸੰਪਟ ਅਖੰਡ ਪਾਠ ਚੱਲਦੇ ਆ। 13 ਕੱਤਕ ਨੂੰ ਉੱਥੇ ਭੋਗ ਪੈਣੇ ਆ, ਨਾਲੇ ਨਗਰ ਕੀਰਤਨ ਹੈ ਤੇ 12 ਕੱਤਕ ਨੂੰ ਵੱਡੇ ਪਾਠਾਂ ਦੇ ਭੋਗ ਪੈਣਗੇ, ਖੰਡ ਪਾਠਾਂ ਦੇ 13 ਕੱਤਕ ਨੂੰ ਪੈਣਗੇ। ਤੇ ਇਸ ਤਰ੍ਹਾਂ ਭਾਈ ਇਸ ਸਮੇਂ ਸੰਗਤਾਂ ਦੇ ਲਾਹਾ ਲੈਣ ਵਾਸਤੇ ਇਹ ਸਮੇਂ ਬਣਦੇ ਆ। ਅਸੀਂ ਸਮਾਂ ਲੈਣਾ ਤੇ ਬਾਬਾ ਜੀ ਇੱਕ ਇਹ ਵੀ ਬਚਨ ਕਰਦੇ ਸੀ, ਸਰੋਤੇ ਦੀ ਜਿਹੜੀ ਬਿਰਤੀ ਹੈ ਉਹ ਕਹੇ ਜੀ ਹੋਣੀ ਚਾਹੀਦੀ ਹੈ, ਉਹ ਸੱਜ ਵਰਗੀ ਹੋਣੀ ਚਾਹੀਦੀ ਹੈ। ਸੱਜ ਦਾ ਕੀ ਕੰਮ ਹੁੰਦਾ ਹੈ? ਮਾਈਆਂ ਦਾਣੇ ਸਣਦੀਆਂ ਹੁੰਦੀਆਂ ਸੱਜ ਨਾਲ, ਉਹ ਘੂੰਡੀ ਡੱਕੇ ਤਾਂ ਅੱਗੇ ਕੱਢੀ ਜਾਂਦਾ ਹੈ, ਚੰਗੇ ਦਾਣੇ ਗ੍ਰਹਿਣ ਕਰੀ ਜਾਂਦਾ। ਅਸੀਂ ਵੀ ਜੇ ਕੋਈ ਤਰਾ ਚੜਾ ਦਾ ਵਿਚਾਰ ਆ ਉਹਨੂੰ ਕੱਢ ਦੇਣਾ ਤੇ ਜਿਹੜੇ ਚੰਗੇ ਗੁਣ ਆ ਉਹਨਾਂ ਨੂੰ ਗ੍ਰਹਿਣ ਕਰ ਲੈਣਾ ਤੇ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਦੇਣਾ। ਉਹ ਸਾਡੇ ਵਾਸਤੇ ਜ਼ਰੂਰੀ ਹੈ। ਅੱਜ ਕਲਯੁਗ ਦੇ ਰਾਜ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਜ਼ਰੂਰੀ ਹੈ। ਜਿਹੜਾ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਕਰਦਾ ਹੈ ਤੇ ਉਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਨਿਤਨੇਮ ਕਰਦਾ ਹੈ, ਬਾਬਾ ਜੀ ਬਾਣੀ ਅੰਦਰ ਕਿਰਪਾ ਕਰਦੇ ਆ। ਚਰਨ ਕਮਲ ਹਿਰਦੇ ਵਸੈ, ਸੰਕਟ ਸਭ ਕੋਵ, ਗੁਰ ਪੂਰਾ ਜਿਸ ਭੇਟੀਐ, ਮਰ ਜਨਮ ਨਾ ਰੋਵ। ਪੂਰੇ ਗੁਰੂ ਦੀ ਜਿਹੜਾ ਭਾਈ ਆਪਣਾ ਆਪ ਭੇਟ ਕਰਦਾ, ਇਹ ਅਰਦਾਸ ਕਰਦਾ ਖੜ ਕੇ, ਸੱਚੇ ਪਾਤਸ਼ਾਹ ਮੈਂ ਵੀ ਤੇਰਾ, ਪੁੱਤਰ ਧੀਆਂ ਵੀ ਤੇਰੇ, ਜਾਇਦਾਦ ਵੀ ਤੇਰੀ, ਸਾਨੂੰ ਆਪਣੇ ਬਣਾ ਲੈ। ਇਹ ਅਰਦਾਸ ਕਰਨੀ ਹੈ। ਤੇ ਜੇ ਬਾਬਾ ਜੀ ਕਿਰਪਾ ਕਰਦੇ ਸੀ, ਅਸੀਂ ਇਹ ਅਰਦਾਸ ਸਾਨੂੰ ਨਹੀਂ ਕਰਦੇ, ਫਿਰ ਕਈ ਵਾਰੀ ਕਲਯੁਗ ਨੂੰ ਸਮਾਂ ਮਿਲ ਜਾਂਦਾ ਹੈ। ਜੇ ਅਸੀਂ ਅਰਦਾਸ ਕਰਕੇ ਘਰੋਂ ਬਾਹਰ ਜਾਂਦੇ ਆ, ਫਿਰ ਬਾਬਾ ਜੀ ਦਾ ਵਚਨ ਹੈ, ਵਿੱਚ ਕਰਤਾ ਪੁਰਖ ਖਲੋਆ, ਫਿਰ ਬਾਲ ਨਾ ਵਿੰਗਾ। ਉਹਨਾਂ ਦਾ ਭਾਈ ਬਾਲ ਵੀ ਵਿੰਗਾ ਨਹੀਂ ਹੁੰਦਾ। ਇਸ ਲਈ ਬਾਬਾ ਜੀ ਨੇ ਇਹ ਸਾਡੇ ਵਾਸਤੇ, ਸੰਗਤਾਂ ਵਾਸਤੇ ਕਿਰਪਾ ਕੀਤੀ ਹੈ। ਜਿਵੇਂ ਆ ਦੇਖੋ ਬਾਬਾ ਜੀ ਨੇ ਕਈ ਸਾਡੇ ਹੁਣ ਦਿਨੇ ਵੀ ਫਿਰ ਇੱਥੇ ਕੀਰਤਨ ਸ਼ੁਰੂ ਕਰ ਲੈਂਦੇ ਆ, ਪਰ 9-10 ਵਜੇ ਤੱਕ ਤਾਂ ਠੀਕ ਹੈ। ਤੇ ਪਰ ਬਾਬਾ ਜੀ ਦਾ ਵਚਨ ਜਿਹੜੀ ਪੂਰਨਮਾਸੀ ਹੈ ਇਹ ਰਾਤ ਨੂੰ ਹੀ ਮਨਾਈ ਜਾਂਦੀ ਹੈ। ਕਿਉਂ ਜੇ ਕਈ ਵਾਰੀ ਪਰਿਵਾਰ ਦੇ ਵਿੱਚ ਆਏ ਹੁੰਦਾ ਹੈ, ਪਰਿਵਾਰ ਦੇ ਜੀ ਰਾਏ ਬਣਾ ਲੈਂਦੇ ਆ, ਲੈ ਵੀ ਮੈਂ ਦਿਨੇ ਜਾ ਆਉਣਾ, ਤੁਸੀਂ ਰਾਤ ਨੂੰ ਜਾ ਆਓ। ਫਿਰ ਕਈ ਦਿਨੇ ਆ ਜਾਂਦੇ ਆ, ਕਈ ਜੀ ਫਿਰ ਰਾਤ ਨੂੰ ਆ ਜਾਂਦੇ ਆ, ਐਂ ਵੀ ਹੁੰਦਾ। ਪਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਇੱਕ ਬਚਨ ਕੀਤਾ ਸੀ। ਬਾਬਾ ਜੀ ਕਹਿੰਦੇ ਸੀ, ਕਿਸੇ ਨੇ ਪੁੱਛਿਆ ਬਾਬਾ ਜੀ ਨੂੰ, ਬਾਬਾ ਜੀ ਆਪ ਜੀ ਦਿਨੇ ਦਿਨੇ ਪੂਰਨਮਾਸੀ ਮਨਾ ਲਿਆ ਕਰੋ, ਰਾਤ ਨੂੰ ਸੰਗਤਾਂ ਬੇਰਾਮ ਹੁੰਦੀਆਂ। ਬਾਬਾ ਜੀ ਕਹਿੰਦੇ ਨਾ ਬਈ, ਅਸੀਂ ਕੰਮਕਾਰਾਂ ਲਈ ਵੀ ਸੋਚਦੇ ਹਾਂ। ਜਿਹੜੀ ਲੱਖਾਂ ਦੁਨੀਆ ਆਉਂਦੀ ਹੈ ਉਹ ਇਹ ਥੋੜ੍ਹੋ ਹੈ ਕਿ ਵੀ ਵਿਹਲੀ ਰਹੇ ਤੇ ਦਿਨੇ ਕੰਮ ਕਰਕੇ ਆਉਂਦੇ ਆ, ਰਾਤ ਨੂੰ ਆ ਕੇ ਨਾਲੇ ਤਾਂ ਬਚਨ ਬਲਾ ਸੁਣ ਲੈਂਦੇ ਆ, ਨਾਲੇ ਫਿਰ ਅੰਮ੍ਰਿਤ ਵੇਲੇ ਚਲੇ ਜਾਂਦੇ ਆ, ਘੰਟਾ 2 ਘੰਟੇ ਸੌਂ ਕੇ ਫੇਰ ਕੰਮ ਕਰ ਲੈਂਦੇ ਆ ਤੇ ਕੰਮ ਨਹੀਂ ਛਡਾਉਂਦੇ ਅਸੀਂ ਕਿਸੇ ਦਾ। ਤਾਂ ਬਾਬਾ ਜੀ ਨੇ ਇਹ ਰਾਤ ਦਾ ਸਮਾਂ ਰੱਖਿਆ ਭਾਈ। ਤੇ ਇਸ ਤਰ੍ਹਾਂ ਜਿੰਨੀਆਂ ਵੀ ਸੰਗਤਾਂ ਆਉਨੇ ਹੋ, ਭਾਗਾਂ ਵਾਲਿਓ, ਨਸ਼ਿਆਂ ਤੋਂ ਬਚਣਾ। ਕਈ ਮਾਈਆਂ ਵਿਚਾਰੀਆਂ ਆਉਂਦੀਆਂ, ਬਾਬਾ ਜੀ ਮੇਰੇ ਘਰ ਵਾਲਾ ਸ਼ਰਾਬ ਨਹੀਂ ਛੱਡਦਾ, ਬਾਬਾ ਜੀ ਬੜਾ ਅਸੀਂ ਔਖੇ ਆ, ਕੋਈ ਨਸ਼ਾ ਪੀਂਦੇ ਆ ਉਹ ਨਹੀਂ ਛੱਡਦਾ। ਬਾਬਾ ਜੀ ਕਿਰਪਾ ਕਰਦੇ ਸੀ ਨਾ ਭਾਈ, ਉਹਨਾਂ ਨੂੰ ਪਿਆਰ ਨਾਲ
ਹੌਸਲੇ ਨਾਲ ਕਹੋ ਨਾ ਬਈ ਇਹ ਨਸ਼ਾ ਨਾ ਪੀਓ, ਇਹ ਮਾੜੀ ਚੀਜ਼ ਹੈ। ਜਿਹੜੇ ਚਿੱਟੇ ਚੂਟੇ ਹੈ ਉਹ ਤਾਂ ਬਾਹਲੇ ਪੈਸਿਆਂ ਦੇ ਆਉਂਦਾ ਹੈ। ਇਸ ਉਹ ਘਰ ਦਾ ਜਿਵੇਂ ਕਹਿੰਦੇ ਆ ਭਾਂਡੇ ਵੀ ਬੰਦਾ ਵੇਚ ਦਿੰਦਾ ਹੈ। ਇਹ ਮਾੜੀਆਂ ਚੀਜ਼ਾਂ ਇਹ ਛੱਡਣੀਆਂ, ਇਹ ਚੰਗੀਆਂ ਨਹੀਂ। ਤੇ ਬਾਬਾ ਜੀ ਨੇ ਬਾਣੀ ਅੰਦਰ ਕਿਰਪਾ ਕੀਤੀ ਹੈ, ਜਿਸ ਪੀਤਿਆਂ ਮਤ ਦੂਰ ਹੋਏ, ਉਹਦੀ ਮਤ ਦੂਰ ਹੋ ਜਾਂਦੀ ਹੈ। ਜਿਹੜਾ ਬੰਦਾ ਪੀਂਦਾ ਹੈ, ਜਿਸ ਪੀਤਿਆਂ ਮਤ ਦੂਰ ਹੋਏ, ਵਾਰਲ ਪਵੇ ਵਿੱਚ ਆਏ। ਵਾਰਲ ਕਹਿੰਦੇ ਆ ਕਮਲ ਨੂੰ, ਵਾਰਲ ਪਵੇ ਵਿੱਚ ਆਏ। ਆਪਣਾ ਪਰਾਇਆ ਨਾ ਪਛਾਣਈ, ਖਸਮੋਂ ਧੱਕੇ ਖਾਏ। ਉਹਨੂੰ ਆਪਣੇ ਪਰਾਏ ਦਾ ਪਤਾ ਹੀ ਨਹੀਂ ਰਹਿੰਦਾ ਬਈ ਮੈਂ ਆਪਣਾ ਕੀ ਕਹਿ ਰਿਹਾ। ਤੇ ਇਸ ਲਈ ਭਾਈ ਤੁਸੀਂ ਆਪਾਂ ਇਹਨਾਂ ਚੀਜ਼ਾਂ ਤੋਂ ਸੰਕੋਚ ਕਰਨਾ। ਇਹ ਮਾੜੀ ਚੀਜ਼ ਹੈ, ਮਾਸ ਮਿੱਟੀ ਹੈ, ਇਹਨਾਂ ਤੋਂ ਵੀ ਸੰਕੋਚ ਰੱਖਣਾ। ਬਾਬਾ ਜੀ ਨੇ ਬਾਣੀ ਅੰਦਰ ਕਿਰਪਾ ਕੀਤੀ ਹੈ, ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ ਤਿਨ ਕਿਉਂ ਨਿਰਮਲ ਚੀਤ। ਜੇ ਮਾਨਸ ਦੇ ਪਾ ਕੇ ਜਾਨਵਰਾਂ ਦੀ ਰਤ ਪੀਂਦਾ ਕੀ ਨਿਰਮਲ ਚਿੱਤ ਹੋ ਜਾਵੇਗਾ? ਨਹੀਂ ਹੁੰਦਾ। ਕਾਹਦੇ ਵਾਸਤੇ ਪੀਂਦਾ ਖਾਂਦਾ? ਵਿਸ਼ੇ ਵਿਕਾਰਾਂ ਵਾਸਤੇ। ਬਾਬਾ ਜੀ ਕਿਰਪਾ ਕਰਦੇ ਆ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕਾਂਚਨ ਸੁਹਾਗਾ ਢਾਲਾ। ਜਿਵੇਂ ਸੁਹਾਗਾ ਹੁੰਦਾ ਪਾਊਡਰ ਜਿਹਾ, ਉਹ ਸਿਉਨੇ 'ਚ ਪਾ ਕੇ ਸੇਕ ਤੇ ਧਰ ਦਈਏ ਨਾ, ਪਾਣੀ ਬਣਾ ਦਿੰਦਾ। ਤੇ ਬਾਬਾ ਜੀ ਨੇ ਬਾਣੀ ਅੰਦਰ ਕਿਰਪਾ ਕੀਤੀ ਆ। ਤੇ ਇਸ ਲਈ ਇਹਨਾਂ ਚੀਜ਼ਾਂ ਤੋਂ ਅਸੀਂ ਸੰਕੋਚ ਰੱਖਣਾ, ਮਾਸ ਮਿੱਟੀ ਤੋਂ ਸੰਕੋਚ ਰੱਖਣਾ। ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੇ ਮਾਨਸਾ। ਇਹ ਮਾਨਸ ਦੇ ਵਾਲਾ ਜਾਨਵਰਾਂ ਦੀ ਰਤ ਪੀਂਦਾ ਹੈ ਕਿ ਨਿਰਮਲ ਚਿੱਤ ਹੋ ਜਾਵੇਗਾ? ਜੇ ਇਹ ਤਾਂ ਨਹੀਂ ਵੀ ਨਹਾ ਧੋ ਲਿਆ ਤੇ ਵਧੀਆ ਲੀੜੇ ਪਾ ਲਏ ਤਾਂ ਮੈਂ ਹੁਣ ਸੁੱਚਾ ਹੋ ਗਿਆ। ਨਹੀਂ, ਬਾਬਾ ਜੀ ਕਹਿੰਦੇ ਸੀ ਭਾਈ ਸਵਸਥ ਚੀਜ਼ਾਂ ਨਾਲ ਹਿਰਦਾ ਸੁੱਧ ਹੁੰਦਾ ਹੈ, ਤੇ ਵਿਸ਼ੇ ਵਿਕਾਰਾਂ ਵਾਲੀਆਂ ਚੀਜ਼ਾਂ ਖਾਣ ਨਾਲ ਤਾਂ ਉਹੇ ਜੇ ਮਾੜੇ ਸੁਪਨੇ ਆਉਣਗੇ, ਉਹੇ ਜਿਹਾ ਉਸ ਪਾਸੇ ਨੂੰ ਮਨ ਜਾਵੇਗਾ। ਜੇ ਮਾੜੀਆਂ ਚੀਜ਼ਾਂ ਖਾਵਾਂਗੇ, ਇਹਨਾਂ ਚੀਜ਼ਾਂ ਤੋਂ ਅਸੀਂ ਸੰਕੋਚ ਕਰਨਾ। ਇਹ ਮਾੜੀਆਂ ਚੀਜ਼ਾਂ। ਤੇ ਇਸ ਤਰ੍ਹਾਂ ਭਾਈ ਜਿਹੜੀਆਂ ਬੀੜੀ ਬੱਤੀ ਹੈ, ਇਹਨਾਂ ਤੋਂ ਵੀ ਸੰਕੋਚ ਕਰਨਾ। ਖੰਡੇ ਬਾਟੇ ਦਾ ਅੰਮ੍ਰਿਤ ਜ਼ਰੂਰ ਛਕਣਾ। ਮਾਤਾ ਪਿਤਾ ਦੀ ਸੇਵਾ ਕਰਨੀ ਹੈ। ਜਿੰਨੀਆਂ ਸੰਗਤਾਂ ਆਏ ਹੋ, ਵੱਡੇ ਭਾਗਾਂ ਵਾਲੇ ਹੋ। ਜੇ ਬਾਬਾ ਜੀ ਨੇ ਤੁਹਾਡੇ ਤੇ ਮਿਹਰਾਂ ਕੀਤੀਆਂ, ਤੁਹਾਨੂੰ ਗੱਡੀਆਂ ਮੋਟਰਾਂ ਬਖਸ਼ੀਆਂ, ਤਾਂ ਹੋਰ ਸੰਗੀ ਸਾਥੀਆਂ ਨੂੰ ਨਾਲ ਬਹਾ ਕੇ ਲਿਆਉਣਾ। ਬਾਬਾ ਜੀ ਦਾ ਬਚਨ ਸੀ, ਜੇ ਇੱਕ ਬੰਦੇ ਨੂੰ ਚੰਗੇ ਪਾਸੇ ਲਾ ਦਈਏ, ਜਿਹੇ ਜੀ 100 ਗਊ ਚੰਗੇ ਪਾਸੇ ਦੇ ਦਿੱਤੀ, ਜਿਹੇ ਜਿਹਾ ਇੱਕ ਬੰਦੇ ਨੂੰ ਜੋੜ ਦਿੱਤਾ। ਤੇ ਜੇ ਮਾੜੇ ਪਾਸੇ ਦੇ ਦਈਏ, ਜਿਹੇ ਜਿਹਾ ਇੱਕ ਬੰਦੇ ਨੂੰ ਤੋੜ ਦਿੱਤਾ, ਜਿਹੇ ਜੀ 100 ਗਊ ਕਤਲੇਆਮ ਪਾਸੇ ਦੇ ਦਿੱਤੀ। ਇਸ ਤਰ੍ਹਾਂ ਬਾਬਾ ਜੀ ਕਿਰਪਾ ਕਰਦੇ ਸੀ, ਅਸੀਂ ਚੰਗੇ ਬਣਨਾ। ਬਾਬਾ ਜੀ ਕਿਰਪਾ ਕਰਦੇ ਸੀ, ਚੰਗੇ ਬਣਨ ਨੂੰ ਟਾਈਮ ਲੱਗਦਾ, ਮਾੜੇ ਬਣਨ ਦਾ ਕੀ ਆ? ਇੱਥੇ ਘੁੱਟ ਪੀ ਕੇ ਓਲ ਕਰਨ ਲੱਗ ਜਾਓ, ਅਗਲਾ ਕਹਿੰਦਾ ਲੈ ਬਈ ਉਹ ਫਿਰਦਾ। ਅੱਗੇ ਬਾਬਾ ਜੀ ਦੱਸਦੇ ਹੁੰਦੇ ਸੀ, ਕਈਆਂ ਨੇ ਰੱਜ ਕੇ ਸ਼ਰਾਬ ਨਾਲ ਤੇ ਪਿੰਡਾਂ 'ਚ ਤੁਰੇ ਫਿਰਨਾ, ਮਗਰੋਂ ਕਹਿਣਾ ਉਹ ਭਰਾਵੋ ਮੇਰਾ ਘਰ ਨਹੀਂ ਦੀਂਦਾ, ਮੈਨੂੰ ਘਰ ਦੱਸ ਦਿਓ, ਦਲਾਨ ਕਿੱਥੇ ਆ। ਦੋ ਬੰਦਿਆਂ ਨੇ ਸੋਚਿਆ ਆਪਾਂ ਇਹਨੂੰ ਘਰ ਵਿਖਾਈਏ, ਤੇ ਐਵੇਂ ਖੇਡਦਾ ਫਿਰਦਾ। ਤੇ ਉਹਦੀਆਂ ਫੜ ਕੇ ਨਾ ਲੱਤਾਂ ਖੂਹ 'ਚ ਲਮਕਾਤਾ। ਕਹਿੰਦੇ ਵੜ ਜਾ ਦਲਾਨ ਵਿੱਚ। ਕਹਿੰਦਾ ਉਹ ਦੇਖਿਓ ਭਰਾਵੋ ਖੂਹ ਆ ਓਏ, ਉਹ ਮਿਹਨਤ ਨਾ ਛੱਡ ਨਾ ਦਿਓ, ਮੈਂ ਮਰ ਜੂ ਓਏ। ਤੇ ਫਿਰ ਕਹਿੰਦੇ ਹੁਣ ਤੈਨੂੰ ਘਰ ਵੀ ਦੇ ਜੂ। ਮਾਰ ਕੇ 4 ਲਫੇੜੇ ਭੇਜਤਾ। ਕਈ ਐਂ ਪੀ ਕੇ ਖੇਡਦੇ ਰਹਿੰਦੇ ਆ। ਨਾ ਬਈ
ਸੰਕੋਚ ਕਰੋ। ਭਾਗਾਂ ਵਾਲਿਓ ਸਾਰੀਆਂ ਸੰਗਤਾਂ ਕੰਮਕਾਰ ਕਰਿਆ ਕਰੋ, ਵਿਹਲੇ ਨਾ ਰਿਹਾ ਕਰੋ। ਅੱਜ ਕੱਲ੍ਹ ਸਾਡੇ ਬਜ਼ੁਰਗ ਚੰਗੀਆਂ ਉਮਰਾਂ ਦੇ ਬੰਦੇ ਵੀ ਤੇ ਸਾਰੀ ਦਿਹਾੜੀ ਬੈਠ ਕੇ ਗੱਲਾਂ ਗੁੱਲਾਂ ਮਾਰਦੇ ਰਹਿੰਦੇ ਆ। ਕੋਈ ਕੰਮ ਕਰਕੇ ਰਾਜੀ ਨਹੀਂ, ਖੇਤਾਂ ਨੂੰ ਜਾ ਕੇ ਰਾਜੀ ਨਹੀਂ, ਜਾਂ ਤਾਸਾਂ ਕੁੱਟੀ ਜਾਣਗੇ। ਨਹੀਂ, ਬਾਬਾ ਜੀ ਕਿਰਪਾ ਕਰਦੇ ਸੀ, ਸਰੀਰ ਨੂੰ ਦੁੱਖ ਦੇਣਾ ਚਾਹੀਦਾ। ਦੁੱਖ ਦਾਰੂ ਸੁੱਖ ਰੋਗ ਭਿਆ। ਜੇ ਤੁਰ ਕੇ ਜਾਊ ਖੇਤ ਤੱਕਰ ਜਾਊ, ਉਹਦੀ ਕਸਰਤ ਹੋਊਗੀ। ਪੱਠੇ ਵੱਢੂ ਤਾਂ ਕਸਰਤ ਹੋਊਗੀ। ਤੇ ਇਸ ਤਰ੍ਹਾਂ ਸਰੀਰ ਨੂੰ ਦੁੱਖ ਦੇਣਾ ਚਾਹੀਦਾ। ਬਾਬਾ ਜੀ ਨੇ ਬਾਣੀ ਅੰਦਰ ਕਿਰਪਾ ਕੀਤੀ ਆ, ਦੁੱਖ ਦਾਰੂ ਸੁੱਖ ਰੋਗ ਭਿਆ। ਜਿਹੜਾ ਸੁੱਖਾਂ 'ਚ ਪੈ ਜਾਂਦਾ, ਜਿਹੜਾ ਕਹਿੰਦਾ ਪਏ ਰਹੋ, ਚੱਲ ਵਧੀਆ ਖਾ ਲਿਆ ਸੌਂ ਲਿਆ ਤੇ ਚਲੋ ਆਈ ਸਰ ਜਾਂਦਾ। ਪਰ ਉਹ ਬੰਦਾ ਭਾਈ ਰੋਗੀ ਹੋ ਜਾਂਦਾ, ਫਿਰ ਔਖਾ ਹੋ ਜਾਂਦਾ ਉਸ ਨੂੰ। ਤੇ ਇਸ ਤਰ੍ਹਾਂ ਬਾਬਾ ਜੀ ਸਾਥੋਂ ਬੜਾ ਕੰਮ ਕਰਾਉਂਦੇ ਸੀ। ਬਾਬਾ ਨਰੈਣ ਸਿੰਘ ਜੀ ਮਹਾਰਾਜ ਤੇ ਕੇਰਾ ਸਾਨੂੰ ਭਦੌੜ ਸੀਗੇ ਆਪਣੇ ਖੇਤ, ਤੇ ਅਸੀਂ 4 ਬੰਦੇ ਸੀ। ਹੈਰਾਨਗੀ ਦੀ ਗੱਲ ਆ, ਇਹ 4 ਬੰਦੇ ਸੀ ਤੇ 4 ਬੰਦੇ ਸਾਨੂੰ ਬਾਬਾ ਜੀ ਕਹਿੰਦੇ ਟਰਾਲੀ ਤੇ ਤਵੀਆਂ ਲੱਦੋ। ਤੇ ਅਸੀਂ ਬੈ ਕਰਕੇ ਟਰਾਲੀ ਲਾ ਲਈ ਤੇ ਟੋਏ ਪੱਟਣ ਲੱਗ ਗਏ ਵੀ ਰੋੜ ਕੇ ਵਿੱਚ ਕਰਕੇ ਤਵੀਆਂ ਖਿੱਚ ਕੇ ਚਾੜ ਦਿਆਂਗੇ ਟਰਾਲੀ ਤੇ ਨੂੰ। ਥੋੜ੍ਹੀਆਂ ਸੀਟੀਆਂ ਰੱਖਤੀਆਂ ਵਿੱਚ। ਉਧਰੋਂ ਬਾਬਾ ਜੀ ਆ ਗਏ। ਬਾਬਾ ਜੀ ਕੋਲੇ ਸੋਟੀ ਸੀ। ਉਹਨਾਂ ਨੇ ਪਹਿਲਾਂ ਤਾਂ ਘਕਾ ਕੇ ਇੱਕ ਮੇਰੇ ਸੀਟੀ ਤੇ ਫਿਰ ਦੂਜਿਆਂ ਦੇ 2-3 ਦੇ ਮਾਰੀਆਂ। ਤੇ ਬਾਬੇ ਕਹਿੰਦੇ ਚੱਕੋ, ਕਹਿੰਦੇ ਚੱਕ ਕੇ ਉਹਨੂੰ ਵਿੱਚ ਰੱਖੋ ਟਰਾਲੀ ਦੇ। ਹੁਣ ਅਸੀਂ ਆਖਿਆ ਦੇਖਦੇ ਕੀ ਚੱਕ ਲਓ। ਅਸੀਂ 4 ਬੰਦੇ ਖੂੰਜਿਆਂ ਤੇ ਲੱਗ ਗਏ। 12 ਤਵੀਆਂ ਸੀ, ਦੇਖ ਲਓ ਜੀ। ਚੱਕ ਕੇ ਨਾ ਡਰਦੇ ਮਾਰਿਆਂ ਨੇ ਤੇ ਉਦੋਂ ਸਿੱਧੇ ਲੋਡ ਚਾੜਨੀਆਂ ਸੀ, ਉਹ ਪੁੱਠੇ ਲੋਡ ਚਾੜਤੀਆਂ। ਟਾਇਰਾਂ ਵਾਲੇ ਪਾਸੇ ਨੂੰ ਕਰਤਾ ਖਿੱਚਣ ਵਾਲਾ ਪਾਸਾ। ਤੇ ਮਗਰੋਂ ਜਿੱਥੇ ਜਾਣਾ ਸੀ ਆਪਣੇ ਬਿਜਲੀ ਸਰਦਾਰ ਹੋਣਾ ਕੋਲੇ, ਉਹ ਗੇੜੇ ਦਾ ਮਗਰ ਦਾਲੇ ਤੁਰੇ ਫਿਰਨ ਟਰਾਲੀ ਦੇ। ਮੈਨੂੰ ਕਹਿੰਦੇ ਘਾਲਾ ਸਿਆ, ਇਹ ਤਵੀਆਂ ਕਿਵੇਂ ਰੱਖੀਆਂ ਤੁਸੀਂ? ਮੈਂ ਕਿਹਾ ਜੀ ਚੱਕ ਕੇ ਰੱਖੀਆਂ। ਕਹਿੰਦੇ ਕਿੰਨੇ ਕੁ ਬੰਦੇ ਸੀ? ਆਹ ਤਾਂ ਪਹਿਲੀ ਗੇਰ ਸੁਣੀ ਆ ਵੀ ਤਵੀਆਂ ਚੱਕ ਕੇ ਰੱਖੀਆਂ। ਮੈਂ ਕਿਹਾ ਜੀ ਹੁਣ ਤੁਹਾਡੇ ਕੋਲ ਤਾਂ ਅਸੀਂ ਗਲਤ ਦੱਸ ਨਹੀਂ ਸਕਦੇ, ਦੂਜੇ ਨਾਲ ਦੇ ਬੰਦਿਆਂ ਨੂੰ ਪੁੱਛ ਲਓ। ਚੱਕ ਕੇ ਰੱਖੀਆਂ। ਕਹਿੰਦੇ ਕਿੰਨੇ ਬੰਦੇ ਸੀ? ਮੈਂ ਕਿਹਾ ਜੀ 4 ਜਾਣੇ। ਕਹਿੰਦੇ ਇਹ ਤਾਂ ਗਲਤ ਗੱਲ ਹੈ, ਇਹ ਤਾਂ 18-20 ਬੰਦਿਆਂ ਤੋਂ ਘੱਟ ਰੱਖੀਆਂ ਨਹੀਂ ਜਾ ਸਕਦੀਆਂ। ਤੇ ਕਹਿੰਦੇ ਕੋਈ ਹੋਰ ਗੱਲ ਹੋ। ਮੈਂ ਕਿਹਾ ਜੀ ਛੋਟੀ ਬਾਬਾ ਜੀ ਨੇ ਲਾਈ ਸੀ। ਕਹਿੰਦੇ ਹਾਂ, ਫਿਰ ਰੱਖੀਆਂ ਜਾ ਸਕਦੀਆਂ। ਤੇ ਬਾਬਾ ਨਰੈਣ ਸਿੰਘ ਜੀ ਨੇ ਛੋਟੀ ਲਾ ਕੇ ਕਹਿੰਦੇ ਲਓ ਛੋਟੀ ਮੈਂ ਲਾਉਣਾ, ਤੇ ਚੱਕ ਕੇ ਵਿੱਚ ਰੱਖਤੀਆਂ। ਮਗਰੋਂ ਅਸੀਂ ਉਹ ਖੋਲ ਕੇ ਸੱਬਲਾਂ ਦੇ ਨਾਲ ਮਸਾਂ ਵਿੱਚੋਂ ਕੱਢੀਆਂ। ਆਏ ਬਾਬਾ ਜੀ ਤਾਂ ਕੰਮ ਕਰਾਉਂਦੇ ਜੀ ਸਾਤੋਂ, ਬਈ ਇਹਨਾਂ ਨੂੰ ਵਿਹਲੇ ਨਹੀਂ ਛੱਡਣਾ ਮਿੰਟ ਵੀ। ਜੇ ਵਿਹਲਾ ਰਹਿਣਾ ਤਾਂ ਹਰਾਮ ਦਾ ਟਾਈਮ ਗਿਆ। ਉਹ ਬਾਬਾ ਜੀ ਕਹਿੰਦੇ ਸੀ ਵਿਹਲਾ ਨਹੀਂ ਰਹਿਣਾ ਚਾਹੀਦਾ, ਮੁੰਡਾ ਤੇ ਰੰਬਾ ਚੰਡੇ ਹੋਏ ਕੰਮ ਦਿੰਦੇ ਆ। ਤੇ ਜੇ ਵਿਹਲੇ ਬਹਿ ਕੇ ਦੁੱਧ ਪੀ ਜਾਣਾ, ਚੰਗੇ ਪਦਾਰਥ ਖਾਈ ਜਾਣੇ, ਤੇ ਮਨ ਕਿਵੇਂ ਕੰਟਰੋਲ 'ਚ ਰਹੂ? ਮਨ ਤਾਂ ਫਿਰ ਪਾਸੇ ਆਸੇ ਭੱਜੂਗਾ ਹੀ। ਸੁਪਨੇ ਤਾਂ ਮਾੜੇ ਆਉਣਗੇ ਹੀ। ਤੇ ਜੇ ਡਾਂਗ ਫਿਰਦੀ ਰਹੂ ਫੇਰ ਨਹੀਂ ਆਉਣਗੇ ਸੁਪਨੇ। ਤੇ ਜੇ ਡਰ ਹੋਊ ਮਾਲਕ ਦਾ, ਜਿਵੇਂ ਹਸਤੀ ਸਿਰ ਜਿਉਂ ਅੰਕਸ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਅੱਗੇ ਰੱਖ ਕੇ ਉੱਭੀ ਸੇਵ ਕਰੇ, ਇਉਂ ਗੁਰਮੁਖ ਆਪ ਨਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਬਾਬਾ ਜੀ ਕਹਿੰਦੇ ਸੀ ਜਿਵੇਂ ਹਾਥੀ ਉੱਤੇ ਬੈਠਾ ਉਹ ਭਾਈ ਇੱਕ ਛੋਟਾ ਜੀ ਕੱਦ ਦਾ, ਉਹ ਨਾ ਇੱਕ ਕੁੰਡਾ ਹੁੰਦਾ, ਇੱਕ ਸੂਆ ਹੁੰਦਾ, 2 ਫੁੱਟ ਦਾ ਡੰਡਾ ਹੁੰਦਾ। ਉਹ ਅੱਡੀ ਮਾਰਦਾ, ਹਾਥੀ ਨੂੰ ਤੋਰੀ ਜਾਂਦਾ। ਕਈ ਵਾਰੀ ਜਾਨਵਰ ਹੈ, ਹਰੇਕ 'ਚ ਹੀ ਆਕੜ ਤਾਂ ਹੁੰਦੀ ਹੋਈ ਆ ਨਾ। ਤੇ ਜੇ ਆਕੜ ਜੇ ਹਾਥੀ ਐਡਾ ਜਾਨਵਰ, ਤੇ ਜਿੱਧਰ ਨੂੰ ਮਰਜ਼ੀ ਭੱਜ ਸਕਦਾ। ਉਹ ਸੂਆ ਮਾਰਦਾ ਫਿਰ ਉਹਦੇ, ਤੇ ਜਦੋਂ ਉਹ ਆਪਣਾ ਚੀਕ ਮਾਰਦਾ ਸੁੰਡ ਚੱਕ ਕੇ, ਫਿਰ ਉਹਦੇ ਆਪਣੇ 'ਚ ਕੰਨਾਂ ਵਿੱਚ ਹੁੰਦੀਆਂ ਗਲੀਆਂ, ਉਹ ਕੁੰਡੀ ਪਸਾ ਕੇ ਕਹਿੰਦਾ ਇੱਧਰ ਮੁੜ,
ਤੈਨੂੰ ਮੈਂ ਐਂ ਕਹਿਣਾ। ਬਾਬਾ ਜੀ ਨੇ ਬਾਣੀ ਵਿੱਚ ਦ੍ਰਿਸ਼ਟਾਂਤ ਦਿੱਤਾ, ਹਸਤੀ ਸਿਰ ਜਿਉ ਅੰਕਸ ਹੈ, ਐਰਨ ਜਿਉ ਸਿਰ ਦੇ। ਐਡੇ ਐਡੇ ਮਚਾਕ ਜਿਹੇ ਹੁੰਦੇ ਸੀ ਲੋਹੇ ਦੇ ਐਰਨ, ਉਹਨਾਂ ਥੱਲੇ ਫਾਲੇ ਧਰਨੇ ਆਪਾਂ, ਉਹਨਾਂ ਦਾ ਡੰਗ ਕੱਢਣਾ, ਫਿਰ ਚੌ ਦੇ ਵਿੱਚ ਫਸਾਉਣਾ, ਫਿਰ ਪਾਣੀ 'ਚ ਦੇਣਾ, ਫਿਰ ਹਾਲ ਦੇ ਮੂਹਰੇ ਲੱਗਦੀ ਸੀ ਉਹ। ਹਸਤੀ ਸਿਰ ਜਿਉ ਅੰਕਸ ਹੈ, ਐਰਨ ਜਿਉ ਸਿਰ ਦੇ। ਲੁਹਾਰ ਨੇ ਫੜ ਲੈਣੀ ਸੰਨੀਆਂ ਨਾਲ, ਉੱਤੇ ਘਾਣ ਵੱਜਣਾ, ਕਹਿਣਾ ਠਹਿਰ ਜਾ ਤੇਰਾ ਕੁਛ ਬਣਾਉਣਾ ਹੈ। ਤੇ ਐਂ ਉਹਦਾ ਚੌਕ ਦਾ ਡੰਗ ਕੱਢਦੇ ਸੀ, ਉਹਨੂੰ ਕਹਿੰਦੇ ਸੀ ਫਾਲਾ। ਫਾਲੇ ਦਾ ਡੰਗ ਕੱਢਦੇ ਸੀ, ਫਿਰ ਉਹਨੂੰ ਚੌ ਦੇ ਵਿੱਚ ਠੋਕਦੇ ਸੀ। ਬਾਬਾ ਜੀ ਨੇ ਉਹ ਦ੍ਰਿਸ਼ਟਾਂਤ ਬਾਣੀ ਵਿੱਚ ਦਿੱਤੇ ਆ। ਹਸਤੀ ਸਿਰ ਜਿਉ ਅੰਕਸ ਹੈ, ਐਰਨ ਜਿਉ ਸਿਰ ਦੇ। ਮਨ ਤਨ ਅੱਗੇ ਰੱਖ ਕੇ ਉੱਭੀ ਸੇਵ ਕਰੇ। ਐਂ ਬਾਬਾ ਜੀ ਵੀ ਬੜੇ ਚੋਜ ਕਰਾਉਂਦੇ ਸੀ ਕਿ ਨਾ ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ ਦੇਹਰਾਦੂਨ, ਸਾਰੇ ਬਹਿੰਗਮ ਆਪਣੇ ਨਾਲ। ਤੇ ਬਾਬਾ ਜੀ ਵੇਲੇ ਬਾਬਾ ਸਾਧੂ ਸਿਉ ਜੀ ਤੇ ਬਾਬਾ ਕੁੰਦਨ ਸਿਉ, ਪਹਿਲੇ ਸਾਰੇ ਮਹਾਂਪੁਰਸ਼ ਬਹਿੰਗਮ ਸੀ ਨਾਲ। ਤੇ ਬਾਬਾ ਜੀ ਉੱਥੇ, ਤੇ ਬਾਬਾ ਨਰੈਣ ਸਿੰਘ ਜੀ ਮਹਾਰਾਜ ਨੇ ਦੱਸਿਆ, ਤੇ ਕਹਿੰਦੇ ਨਦੀ 'ਚ ਕਹਿੰਦੇ ਬੰਨ੍ਹ ਲਾਓ। ਹੁਣ ਨਦੀ 'ਚ ਬੰਨ੍ਹ ਕਿਵੇਂ ਲੱਗੇ? ਤੇ ਹੁਣ ਜਦੋਂ ਜਿਉਂ-ਜਿਉਂ ਬੰਨ੍ਹ ਲਾਈ ਜਾਣ, ਉਹ ਬਜਰੀ ਜੀ ਹੁੰਦੀ ਆ, ਉਹ ਪਾਣੀ ਚੜੀ ਜਾਵੇ ਤੇ ਖੁਰੀ ਜਾਵੇ। ਜਦੋਂ ਪ੍ਰਸ਼ਾਦੇ ਜਿਹਦਾ ਟਾਈਮ ਹੋ ਗਿਆ, ਸਾਰੇ ਨਿਕਲ ਚਲੇ ਗਏ ਦੋ ਦੋ ਕਰਕੇ। ਤੇ ਅੱਜ ਸਾਡੇ ਹਿੰਮਤ ਸਿੰਘ ਸੀ ਮੱਲੇ ਤੋਂ, ਉਹ ਕਹਿੰਦਾ ਸੀ 2 ਜਾਣੇ ਰਹਿ ਗਏ। ਤੇ ਕਹਿੰਦਾ ਮੈਂ ਆਖਿਆ ਵੀ ਨਰਾਇਣ ਸਿੰਘ ਜੀ ਆਪਾਂ ਵੀ ਚਲੀਏ, ਪ੍ਰਸ਼ਾਦਿਆਂ ਦਾ ਟਾਈਮ ਹੋ ਗਿਆ। ਉਹ ਕਹਿੰਦੇ ਬਾਬਾ ਜੀ ਦਾ ਹੁਕਮ ਹੈ, ਲੱਗਿਆ ਰਹਿ ਚੁੱਪ ਕਰਕੇ। ਜਦੋਂ ਬਾਬਾ ਜੀ ਕਹਿੰਦੇ ਪਾਣੀ ਤਾਂ ਖੜਦਾ ਨਹੀਂ, ਕਹਿੰਦੇ ਨਾ ਖੜੇ, ਚੇਪੇ ਰੱਖੀ ਚੱਲ। ਤੇ ਮਗਰੋਂ ਬਾਬਾ ਜੀ ਆਏ, ਉਹ ਕਹਿੰਦੇ ਤੁਸੀਂ ਲੱਗੇ ਵਗਦੇ ਹੋ ਹਜੇ, ਤੇ ਪਾਣੀ ਤਾਂ ਖੜਦਾ ਨਹੀਂ। ਤੇ ਕਹਿੰਦੇ ਜੀ ਹੁਕਮ ਨਹੀਂ ਸੀ ਹੋਇਆ ਬਾਬੇ, ਚਲੋ ਰਹਿਣ ਦਿਓ। ਇਹ ਤਾਂ ਉਹਨਾਂ ਦੀ ਰਜਾ ਹੁੰਦੀ ਸੀ, ਬਹਿੰਗਮਾਂ ਨੂੰ ਕੋਈ ਨਾ ਕੋਈ ਕੰਮ ਤੇ ਲਾਈ ਰੱਖਣਾ, ਇੱਥੇ ਛੜਕਾ ਕਰਨੇ, ਝਾੜੂ ਫੇਰਨੇ। ਤੇ ਗਮਾਂਡੀਆਂ ਦੀਆਂ ਹਾੜੀਆਂ ਵੀ ਵਢਾ ਦਿੰਦੇ ਸੀ ਬਾਬਾ ਜੀ ਬਹਿੰਗਮਾਂ ਤੋਂ, ਐਂ ਕੰਮ ਕਰਾਉਂਦੇ ਸੀ ਬਾਬਾ ਜੀ। ਬਾਬਾ ਜੀ ਕਹਿੰਦੇ ਸੀ ਨਾ ਬਈ, ਵਿਹਲੇ ਨਹੀਂ ਰਹਿਣਾ, ਕੰਮ ਵੀ ਕਰਦੇ ਰਹਿਣਾ। ਤੇ ਇਸ ਤਰ੍ਹਾਂ ਭਾਈ ਇਹ ਜਿਹੜਾ ਪਰਿਵਾਰ ਆ ਬਾਬਾ ਜੀ ਦੀ ਫੁੱਲਵਾੜੀ ਹੈ, ਇਹ ਭਾਈ ਘਰ-ਬਾਰ ਛੱਡ ਕੇ, ਮਾਂ ਪਿਓ ਨੂੰ ਛੱਡ ਕੇ ਬਾਬਾ ਜੀ ਦੇ ਚਰਨਾਂ ਵਿੱਚ ਰਹਿ ਰਹੇ ਆ। ਤੇ ਇੱਥੇ ਆਪਣੀਆਂ ਡਿਊਟੀਆਂ ਕਰਦੇ ਆ। ਕਿੰਨੀਆਂ ਡਿਊਟੀਆਂ? 5:30 ਵਜੇ ਸਵੇਰ ਵੇਲੇ, 5.5 ਘੰਟੇ ਸਵੇਰ ਵੇਲੇ, 5.5 ਘੰਟੇ ਸ਼ਾਮ ਨੂੰ। ਇੰਨੀ ਕੀਰਤਨ ਦੀ ਡਿਊਟੀ ਆ। ਇਹ ਨਿਰਸਤ ਸੇਵਾ ਸਾਰੀ, ਤੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ। ਕਿੱਡੀ ਬਾਬਾ ਜੀ ਦੀ ਕਿਰਪਾ ਹੈ ਇੱਥੇ। ਤੇ ਇਸ ਤਰ੍ਹਾਂ ਭਾਈ ਬਾਬਾ ਜੀ ਨੇ ਇਹ ਨਾਨਕਸਰ ਭਗਤੀ ਦਾ ਘਰ, ਇਹ ਬਾਬਾ ਜੀ ਨੇ ਕਿਰਪਾ ਕੀਤੀ ਹੈ। ਤੁਸੀਂ ਭਾਗਾਂ ਵਾਲਿਓ ਸਾਰੀਆਂ ਸੰਗਤਾਂ। ਤੇ ਨਾਲੇ ਹੁਣ ਜਦੋਂ ਬਾਬਾ ਜੀ ਕਹਿੰਦੇ ਸੀ ਭਾਈ ਆਪਾਂ ਇਕੱਠਾ ਹੀ ਨਿਉਂਦਾ ਪਾ ਲਈਏ, ਇੱਕ ਤਾਂ ਮਹੀਨੇ ਵਿੱਚ ਬਾਬਾ ਜੀ ਕਹਿੰਦੇ ਸੀ ਜਾਂ ਤਾਂ ਭਾਈ ਕਿਸੇ ਤੋਂ ਨਿਤਨੇਮ ਨਹੀਂ ਹੁੰਦਾ, ਕੋਈ ਪਾਠ ਕਰਾ ਲਓ, ਜਾਂ 2 ਪਾਠ ਸੁਖਮਨੀ ਸਾਹਿਬ ਦੇ ਮਹੀਨਾ ਭਰ, ਜਾਂ 250 ਪਾਠ ਜਪਜੀ ਸਾਹਿਬ ਦਾ ਮਹੀਨੇ ਵਿੱਚ। ਤੇ ਜਾਂ ਬਾਬਾ ਜੀ ਕਹਿੰਦੇ ਸੀ ਵਾਹਿਗੁਰੂ ਵਾਹਿਗੁਰੂ ਦੀਆਂ ਨਾ ਮੂਲ ਮੰਤਰ ਦੀਆਂ 106 ਮਾਲਾ ਰੋਜ਼, 108 ਮਣਕੇ ਦੀ ਮਾਲਾ, ਜਾਂ ਵਾਹਿਗੁਰੂ ਵਾਹਿਗੁਰੂ ਦੀਆਂ 80 ਮਾਲਾ। ਤੇ ਹਿੰਦੂ ਭਾਈ ਆ ਕੋਈ ਰਾਮ ਰਾਮ ਦੀਆਂ 160 ਮਾਲਾ। ਤੇ ਮਹਾਂਪੁਰਸ਼ਾਂ ਦੇ ਇਹ ਤੱਤ ਕੱਢੇ ਹੁੰਦੇ ਆ। ਬਾਬਾ ਜੀ ਕਹਿੰਦੇ ਭਾਈ ਕੋਈ ਵੀ ਕਰ ਲਓ, ਤੇ ਮਹੀਨਾ ਭਰ ਕਰੋਗੇ ਤਾਂ ਤੁਹਾਡੇ ਪੁੰਨ ਵੱਧ ਜਾਣਗੇ, ਦਰਗਾਹ ਵਿੱਚ ਤੁਹਾਨੂੰ ਰਸਤੇ ਸਾਫ਼ ਹੋਣਗੇ। ਤੇ ਬਾਬਾ ਜੀ ਕਹਿੰਦੇ ਸੀ ਜਿਵੇਂ ਇੱਕ ਮਕਾਨ ਹੈ, ਜੇ ਉਹਨੂੰ ਪਨਾਲਾ ਲੱਗਿਆ ਹੋਵੇ ਉਹ ਮਕਾਨ ਖਰਾਬ ਨਹੀਂ ਹੁੰਦਾ। ਤੇ ਇਹ ਵੀ ਜਿਵੇਂ 2.5 ਘੰਟੇ ਦਸਵੰਧ ਕੱਢਣਾ, ਇਹ ਵੀ ਪਨਾਲਾ ਹੈ। ਤੇ ਇਸ ਤਰ੍ਹਾਂ ਭਾਈ ਆਪਾਂ ਪਨਾਲੇ ਲਾ ਕੇ ਰੱਖਣੇ ਆ, ਨਿਤਨੇਮ ਵੱਧ ਤੋਂ ਵੱਧ ਕਰਨੇ ਆ। ਤੇ ਇਸ ਤਰ੍ਹਾਂ ਸਾਰੇ ਭਾਗਾਂ ਵਾਲਿਓ ਹੁਣ ਸਾਰੀ ਸੰਗਤ ਨੇ ਪਿਆਰ ਦਾ ਸਬੂਤ ਦੇਣਾ ਹੈ। ਬਾਬਾ ਜੀ ਤੱਕ ਰਹੇ ਹੈ,
ਇਹ ਸਾਰੀ ਦੁਨੀਆ ਦੇ ਮਾਲਕ ਹੈ। ਇਹ ਤਾਂ ਘਟ ਘਟ ਕੇ ਅੰਤਰ ਕੀ ਜਾਣਤ ਹੈ, ਭਲੇ ਬੁਰੇ ਕੀ ਪੀਰ ਪਛਾਨਤ ਹੈ। ਇਹ ਸਭ ਨੂੰ ਜਾਣਦੇ ਆ ਤੇ ਇਸ ਲਈ ਏਕ ਨਜ਼ਰ ਤਾਰੇ ਗੁਰ ਪੂਰਾ। ਇਹਨਾਂ ਦੀ ਇੱਕ ਨਜ਼ਰ ਦੇ ਨਾਲ ਤੇ ਸਾਡੇ ਬੇੜੇ ਪਾਰ ਹੋ ਸਕਦੇ ਆ। ਤੇ ਸਾਰੇ ਵੱਡਿਆਂ ਭਾਗਾਂ ਵਾਲਿਓ ਸਾਰੇ ਬਾਹਾਂ ਖੜੀਆਂ ਕਰਕੇ ਪਿਆਰ ਦਾ ਸਬੂਤ ਦਿਓ। ਗੁਰੂ ਨਾਨਕ ਸਾਹਿਬ ਤੁਹਾਨੂੰ ਤੱਕ ਰਹੇ ਆ, ਕਿਸੇ ਨੇ ਢਿੱਲੀ ਬਾਂਹ ਨਹੀਂ ਕਰਨੀ। ਬਾਬਾ ਜੀ ਕਿਰਪਾ ਕਰਦੇ ਸੀ, ਬਾਂਹ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੇ ਬਾਂਹ ਨਾ ਸੋਡੀਐ। ਗੁਰੂ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਸੋਡੀਐ। ਹਾਂ ਸਾਵਾਸੇ, ਆਪਾਂ ਆਪਣਾ ਧਰਮ ਨਹੀਂ ਛੱਡਣਾ, ਕਿਸੇ ਧਰਮ ਨੂੰ ਠੇਸ ਨਹੀਂ ਮਾਰਨੀ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਹਮ ਨਹੀਂ ਚੰਗੇ ਬੁਰਾ ਨਾ ਦੀਸੈ ਕੋਏ। ਭਾਗਾਂ ਵਾਲਿਓ ਸਾਰੀਆਂ ਸੰਗਤਾਂ ਜਿੰਨੇ ਮਾਈ ਭਾਈ ਆਏ ਹੋ ਤੇ ਚੰਗੇ ਵਿਚਾਰਾਂ ਨੂੰ ਹਿਰਦੇ ਵਿੱਚ ਥਾਂ ਦੇਣਾ। ਫਿਰ ਬਾਬਾ ਜੀ ਕਿਰਪਾ ਕਰਦੇ ਸੀ, ਸਾਨੂੰ ਕੀ ਮਿਲੇਗਾ? ਇਹ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਹੀ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।